ਹਾਂਜੀ, ਰਜਿੰਦਰਾ ਕੋਚਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਲੈ ਕੇ ਆਏ ਹਾਂ ਪੋਲੀਟੀਕਲ ਸਾਇੰਸ ਦੇ ਤੀਜੇ ਚੈਪਟਰ ਦਾ ਅਗਲਾ ਪਾਰਟ। ਆਪਾਂ ਕਰ ਰਹੇ ਹਾਂ ਕੰਟੈਂਪਰਰੀ ਆਫ ਸਾਊਥ ਏਸ਼ੀਆ। ਇਹਦੇ ਵਿੱਚ ਆਪਾਂ ਪਹਿਲਾਂ ਕਰਿਆ ਸੀਗਾ ਕਿ ਸਾਊਥ ਏਸ਼ੀਆ ਦੇ ਵਿੱਚ ਕਿਹੜਾ-ਕਿਹੜਾ ਖੇਤਰ ਆ ਜਾਂਦਾ ਹੈ, ਕਿਹੜੇ-ਕਿਹੜੇ ਦੇਸ਼ ਆ ਜਾਂਦੇ ਹੈ, ਜਿਵੇਂ ਕਿ ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਇੰਡੀਆ, ਸ਼੍ਰੀਲੰਕਾ, ਮਾਲਦੀਵ। ਇਹਨਾਂ ਦੇਸ਼ਾਂ ਵਿੱਚ ਕਦੋਂ-ਕਦੋਂ ਡੈਮੋਕਰੇਸੀ ਆਈ। ਜਿਵੇਂ ਕਿ ਪਿਛਲੇ ਪਾਰਟ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ ਪਾਕਿਸਤਾਨ ਦੇ ਵਿੱਚ ਕਦੋਂ-ਕਦੋਂ ਡੈਮੋਕਰੇਸੀ ਆਈ ਅਤੇ ਕਦੋਂ-ਕਦੋਂ ਮਿਲਟਰੀ ਰੂਲਰ ਆਏ। ਫਿਰ ਬੰਗਲਾਦੇਸ਼ ਆਜ਼ਾਦ ਕਿਵੇਂ ਹੋਇਆ ਪਾਕਿਸਤਾਨ ਤੋਂ। ਬੰਗਲਾਦੇਸ਼ ਦੇ ਵਿੱਚ ਕਦੋਂ-ਕਦੋਂ ਡੈਮੋਕਰੇਸੀ ਆਈ, ਕਦੋਂ-ਕਦੋਂ ਮਿਲਟਰੀ ਰੂਲਰ ਆਏ। ਇਹ ਆਪਾਂ ਕਰ ਚੁੱਕੇ ਹਾਂ। ਫਿਰ ਆਪਾਂ ਨੇਪਾਲ ਬਾਰੇ ਵੀ ਪੜ੍ਹ ਲਿਆ ਸੀਗਾ ਕਿ ਨੇਪਾਲ ਦੇ ਵਿੱਚ ਕਦੋਂ ਡੈਮੋਕਰੇਸੀ ਆਈ, ਕਦੋਂ ਕਿੰਗ ਰੂਲ ਆਇਆ। ਅਤੇ ਅੱਜ ਆਪਾਂ ਸ਼ੁਰੂ ਕਰਾਂਗੇ ਅਗਲਾ ਜਿਹੜਾ ਆਪਣਾ ਟੋਪਿਕ ਹੈਗਾ ਐਥਨਿਕ ਕਨਫਲਿਕਟ ਐਂਡ ਡੈਮੋਕਰੇਸੀ ਇਨ ਸ੍ਰੀਲੰਕਾ। ਹਾਂਜੀ ਬੱਚਿਓ, ਸ਼ੁਰੂ ਕਰਦੇ ਹਾਂ। ਦੇਖੋ ਬੱਚਿਓ, ਜਿਹੜਾ ਸ਼੍ਰੀਲੰਕਾ ਇੱਕ ਆਈਲੈਂਡ ਕੰਟਰੀ ਹੈ। ਸ਼੍ਰੀਲੰਕਾ ਇੰਡੀਆ ਦੇ ਸਾਊਥ ਵਿੱਚ ਹੈਗਾ। ਸ਼੍ਰੀਲੰਕਾ ਵੀ ਬ੍ਰਿਟੇਨ ਦਾ ਹੀ ਗੁਲਾਮ ਸੀਗਾ ਅਤੇ ਇਹਦਾ ਪੁਰਾਣਾ ਨਾਂ ਸੀਲੋਨ ਹੈਗਾ। ਸ਼੍ਰੀਲੰਕਾ 1948 ਦੇ ਵਿੱਚ ਇੰਡੀਪੈਂਡੈਂਟ ਹੋਇਆ ਬ੍ਰਿਟੇਨ ਤੋਂ। ਅਤੇ ਸ਼੍ਰੀਲੰਕਾ ਦੇ ਵਿੱਚ ਇੰਡੀਆ ਦੇ ਵਾਂਗ ਹੀ ਡੈਮੋਕਰੇਸੀ ਹੈ। ਸ਼ੁਰੂ ਤੋਂ 1948 ਤੋਂ ਹੀ ਇੱਥੇ ਡੈਮੋਕਰੇਸੀ ਹੈ। ਪਰ ਸ਼੍ਰੀਲੰਕਾ ਦੇ ਵਿੱਚ ਇੱਕ ਸਮੱਸਿਆ ਸੀ ਕਿ ਸ਼੍ਰੀਲੰਕਾ ਦੇ ਵਿੱਚ ਤਾਮਿਲ ਅਤੇ ਸਿੰਹਾਲਾ ਦੇ ਵਿੱਚ ਸਿਵਲ ਵਾਰ ਹੋ ਗਿਆ, ਕਿਉਂਕਿ ਕੁਝ ਤਾਮਿਲ ਲੋਕ ਉੱਥੇ ਪੱਕੇ ਤੌਰ 'ਤੇ ਵਸੇ ਹੋਏ ਸੀਗੇ ਅਤੇ ਸਿੰਹਾਲਾ ਲੋਕ ਇਹ ਸਮਝਦੇ ਸੀਗੇ ਕਿ ਸ਼੍ਰੀਲੰਕਾ ਉਹਨਾਂ ਨੂੰ ਬਿਲੋਂਗ ਕਰਦਾ ਇਕੱਲਿਆਂ ਨੂੰ। ਉਹਨਾਂ ਨੇ ਸੰਵਿਧਾਨ ਦੇ ਵਿੱਚ ਤਾਮਿਲ ਲੋਕਾਂ ਦਾ ਕੋਈ ਖਿਆਲ ਨਾ ਰੱਖਿਆ। ਇਸ ਕਰਕੇ ਤਾਮਿਲ ਲੋਕਾਂ ਨੇ ਆਪਦੇ ਹੱਕ ਮੰਗਣ ਵਾਸਤੇ ਸੈਪਰੇਟ ਕੰਟਰੀ ਦੀ ਡਿਮਾਂਡ ਉਠਾਤੀ। ਤਾਂ ਉੱਥੇ ਉਹਨਾਂ ਨੇ LTTE ਇੱਕ ਔਰਗੇਨਾਈਜੇਸ਼ਨ ਬਣਾ ਲਈ ਜਿਹੜੀ ਐਕਸਟ੍ਰੀਮ ਵਿਚਾਰਧਾਰਾ ਰੱਖਦੀ ਸੀਗੀ। ਅਤੇ ਫਿਰ ਉਹਨਾਂ ਨੇ ਹਥਿਆਰ ਚੁੱਕ ਲਏ ਅਤੇ ਸ਼੍ਰੀਲੰਕਾ ਦੀ ਆਰਮੀ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ, ਜਿਹਦੇ ਕਰਕੇ ਉੱਥੇ ਜੰਗ ਛਿੜ ਗਈ, ਸਿਵਲ ਵਾਰ ਹੋ ਗਿਆ। ਤਾਂ ਇੰਡੀਆ ਨੇ ਉਹਦੇ 'ਚ ਇੰਟਰਫੇਅਰ ਕਰਿਆ 1987 ਦੇ ਵਿੱਚ। ਇਹ ਸਾਰਾ ਕੁਛ ਆਪਾਂ ਪੜ੍ਹਾਂਗੇ। ਤਾਂ ਸ਼ੁਰੂ ਕਰਦੇ ਹਾਂ ਵੀ ਐਥਨਿਕ ਕਨਫਲਿਕਟ ਐਂਡ ਡੈਮੋਕਰੇਸੀ ਇਨ ਸ਼੍ਰੀਲੰਕਾ। ਐਥਨਿਕ ਹੁੰਦੀ ਹੈ ਨਸਲੀ, ਐਥਨਿਕ ਰੇਸ। ਹਾਂਜੀ, ਪਹਿਲਾ ਪੁਆਇੰਟ ਹੈ ਵੀ ਸ਼੍ਰੀਲੰਕਾ ਹੈਜ਼ ਰੀਟੇਨਡ ਡੈਮੋਕਰੇਸੀ ਸਿੰਸ ਇਟਸ ਇੰਡੀਪੈਂਡੈਂਸ ਇਨ 1948। ਸ਼੍ਰੀਲੰਕਾ ਦੇ ਵਿੱਚ ਆਜ਼ਾਦੀ ਤੋਂ ਹੀ ਡੈਮੋਕਰੇਸੀ ਬਣੀ ਹੋਈ ਹੈ। 1948 ਦੇ ਵਿੱਚ ਸ਼੍ਰੀਲੰਕਾ ਆਜ਼ਾਦ ਹੋਇਆ ਸੀ ਬ੍ਰਿਟੇਨ ਤੋਂ। ਆਫਟਰ ਇਟਸ ਇੰਡੀਪੈਂਡੈਂਸ, ਪੋਲੀਟਿਕਸ ਇਨ ਸ਼੍ਰੀਲੰਕਾ ਵਾਜ ਡੋਮੀਨੇਟਡ ਬਾਏ ਫੋਰਸਿਸ ਦੈਟ ਰਿਪਰਜੈਂਟਡ ਦਾ ਇੰਟਰਸਟ ਆਫ ਦਾ ਸਿੰਹਾਲਾ ਕਮਿਊਨਿਟੀ। ਆਜ਼ਾਦੀ ਤੋਂ ਬਾਅਦ ਸ਼੍ਰੀਲੰਕਾ ਦੇ ਵਿੱਚ ਜਿਹੜੀ ਰਾਜਨੀਤੀ ਹੈ ਉਹਨੂੰ ਲਗਾਤਾਰ ਡੋਮੀਨੇਟ ਕਰ ਰਹੀ ਸੀ ਉੱਥੋਂ ਦੀ ਸਿੰਹਾਲਾ ਕਮਿਊਨਿਟੀ, ਜਿਹੜੀ ਕਿ ਇਹ ਮੰਨਦੀ ਸੀ ਕਿ ਸਿੰਹਾਲਾ ਦਾ ਹੀ ਹੈ ਸ਼੍ਰੀਲੰਕਾ ਸਾਰਾ। ਅਤੇ ਸਿੰਹਾਲਾ ਦੇ ਹੱਕ ਦੇ ਵਿੱਚ ਹੀ, ਇੰਟਰਸਟ ਦੇ ਵਿੱਚ ਹੀ, ਹਿੱਤ ਦੇ ਵਿੱਚ ਹੀ ਜਿਹੜੀ ਸਾਰੀਆਂ ਫੋਰਸਾਂ ਸੀਗੀਆਂ। ਤਾਮਿਲਜ਼ ਹੂ ਹੈਡ ਮਾਈਗ੍ਰੇਟਡ ਫਰੋਮ ਇੰਡੀਆ ਟੂ ਸ਼੍ਰੀਲੰਕਾ ਐਂਡ ਸੈਟਲਡ ਦੇਅਰ। ਜਿਹੜੇ ਤਾਮਿਲ ਲੋਕ ਸੀਗੇ ਉਹ ਇੰਡੀਆ ਤੋਂ ਮਾਈਗਰੇਟ ਹੋ ਕੇ ਸ਼੍ਰੀਲੰਕਾ ਦੇ ਵਿੱਚ ਵਸੇ ਸੀਗੇ ਅਤੇ ਇੱਥੇ ਹੀ ਉਹ ਸੈਟਲਡ ਹੋ ਗਏ, ਇੱਥੇ ਹੀ ਉਹ ਪੱਕੇ ਤੌਰ 'ਤੇ ਵੱਸ ਗਏ। ਦ ਸਿੰਹਾਲਾ ਸ਼ੁੱਡ ਨਾਟ ਗਿਵ ਕੰਸੈਸ਼ਨ ਟੂ ਦਾ ਤਾਮਿਲਜ਼ ਬਿਕੋਜ਼ ਸ਼੍ਰੀਲੰਕਾ ਬਿਲੋਂਗਸ ਟੂ ਸਿੰਹਾਲਾ ਪੀਪਲ ਓਨਲੀ। ਤਾਂ ਸਿੰਹਾਲਾ ਨੇ ਸੰਵਿਧਾਨ ਦੇ ਵਿੱਚ ਕਹਿ ਲਓ ਚਾਹੇ, ਜਾਂ ਸਿੰਹਾਲਾ ਨੇ ਆਪਣੇ ਦੇਸ਼ ਦੇ ਵਿੱਚ ਹੀ ਜਾਂ ਸਰਕਾਰਾਂ ਦੇ ਵਿੱਚ ਹੀ ਤਾਮਿਲ ਨੂੰ ਕੋਈ ਛੂਟ ਨਹੀਂ ਦਿੱਤੀ, ਕੋਈ ਜਗ੍ਹਾ ਨਹੀਂ ਦਿੱਤੀ, ਕਿਉਂਕਿ ਉਹ ਸਮਝਦੇ ਸੀ ਕਿ ਸ਼੍ਰੀਲੰਕਾ ਸਿਰਫ ਸਿੰਹਾਲਾ ਪੀਪਲ ਨੂੰ ਹੀ ਬਿਲੋਂਗ ਕਰਦਾ ਗਾ। ਦ ਨਿਗਲੈਕਟ ਆਫ ਦਾ ਤਾਮਿਲ ਕੰਸਰਨਜ਼ ਲੈਡ ਟੂ ਮਿਲੀਟੈਂਟ ਤਾਮਿਲ ਨੈਸ਼ਨਲਿਜ਼ਮ। ਜਦੋਂ ਤਾਮਿਲ ਲੋਕਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਪੂਰੀ ਤਰ੍ਹਾਂ ਨਿਗਲੈਕਟ ਕਰ ਦਿੱਤਾ ਗਿਆ ਤਾਂ ਤਾਮਿਲ ਲੋਕਾਂ ਦੇ ਵਿੱਚ ਐਕਸਟ੍ਰੀਮ ਵਿਚਾਰਧਾਰਾ, ਐਕਸਟ੍ਰੀਮ ਰਾਸ਼ਟਰਵਾਦੀ ਭਾਵਨਾ ਵੱਧ ਗਈ। ਹਾਂਜੀ, ਮਿਲੀਟੈਂਟ ਵਿਚਾਰਧਾਰਾ, ਰਾਸ਼ਟਰਵਾਦ ਦਾ ਵਿਕਾਸ ਹੋਇਆ ਉਹਨਾਂ ਦੇ ਅੰਦਰ। ਦੇ ਫਾਊਂਡਡ ਦਾ ਲਿਬਰੇਸ਼ਨ ਟਾਈਗਰ ਆਫ ਤਾਮਿਲ ਐਲਮ ਇਨ 1983। ਉਹਨਾਂ ਨੇ ਇੱਕ ਔਰਗੇਨਾਈਜੇਸ਼ਨ ਬਣਾਈ ਜਿਹਦਾ ਨਾਂ ਰੱਖਿਆ ਗਿਆ LTTE। ਇਹ ਤੁਸੀਂ ਯਾਦ ਵੀ ਰੱਖਣਾ ਬੱਚੇ, ਛੋਟਾ ਸਵਾਲ ਵੀ ਆ ਸਕਦਾ। LTTE ਦੀ ਫੁੱਲ ਫੋਰਮ ਕੀ ਹੈ? ਲਿਬਰੇਸ਼ਨ ਟਾਈਗਰ ਆਫ ਤਾਮਿਲ ਐਲਮ। ਐਲਮ ਇਹ ਕੰਟਰੀ ਨੂੰ ਬੋਲਦੇ ਆ। ਇਹ 1983 'ਚ ਬਣੀ, ਇਹ ਵੀ ਯਾਦ ਰੱਖਣਾ ਗਾ। ਐਂਡ ਇਟਸ ਹੈਜ਼ ਬੀਨ ਫਾਈਟਿੰਗ ਐਨ ਆਰਮਡ ਸਟਰਗਲ ਵਿਦ ਦਾ ਆਰਮੀ ਆਫ ਸ਼੍ਰੀਲੰਕਾ ਐਂਡ ਡਿਮਾਂਡਿੰਗ ਸੈਪਰੇਟ ਕੰਟਰੀ ਫਾਰ ਤਾਮਿਲਜ਼ ਆਫ ਸ਼੍ਰੀਲੰਕਾ। ਅਤੇ ਇਹਨਾਂ ਨੇ ਸ਼੍ਰੀਲੰਕਾ ਦੀ ਆਰਮੀ ਨਾਲ ਲੜਾਈ ਕਰਨੀ ਸ਼ੁਰੂ ਕਰਤੀ, ਕਿਉਂਕਿ ਇਹ ਇੱਕ ਸੈਪਰੇਟ ਕੰਟਰੀ ਦੀ ਮੰਗ ਕਰ ਰਹੇ, ਸ਼੍ਰੀਲੰਕਾ ਦੇ ਵਿਦੇ ਨਹੀਂ। ਸ਼੍ਰੀਲੰਕਾ ਦੇ ਅੰਦਰ ਹੀ ਤਾਮਿਲ ਵਾਸਤੇ ਇੱਕ ਸੈਪਰੇਟ ਕੰਟਰੀ ਦੀ ਮੰਗ ਕਰ ਰਹੇ ਹੈਗੇ। ਅਤੇ ਇਸ ਮੰਗ ਨੂੰ ਨਕਾਰ ਰਹੀ ਹੈ ਕੌਣ? ਸ਼੍ਰੀਲੰਕਾ ਦੀ ਆਰਮੀ, ਸ਼੍ਰੀਲੰਕਾ ਦੀ ਸਰਕਾਰ। ਅਤੇ ਸ਼੍ਰੀਲੰਕਾ ਦੀ ਆਰਮੀ ਇਹਨਾਂ ਨਾਲ ਫਾਈਟ ਕਰਨ ਲੱਗ ਗਈ। ਦੇਅਰ ਇਜ਼ ਕੰਸੀਡਰੇਬਲ ਪ੍ਰੈਸ਼ਰ ਫਰੋਮ, ਤਾਂ ਬੱਚਿਓ ਅੱਗੇ ਚੱਲਦੇ ਆਪਾਂ। ਦੇਅਰ ਇਜ਼ ਕੰਸੀਡਰੇਬਲ ਪ੍ਰੈਸ਼ਰ ਫਰੋਮ
the Tamil people in India to the effect that the Indian government should protect the interest of the Tamil ਜਿਹੜੀ ਸ਼੍ਰੀਲੰਕਾ। ਦੇਖੋ ਬੱਚੇ, ਜਦੋਂ ਇੱਥੇ ਹੁਣ ਲੜਾਈ ਛਿੜ ਗਈ, ਸਿਵਲ ਵਾਰ ਹੋ ਗਿਆ, ਸਿੰਹਾਲਾ ਦੀ ਸਰਕਾਰ ਹੈ, ਜਾਂ ਕਹਿ ਲਓ ਵੀ ਸਿੰਹਾਲਾ ਦੀ ਆਰਮੀ ਹੈ, ਦੂਜੇ ਪਾਸੇ ਤਾਮਿਲ ਲੋਕਾਂ ਦਾ LTTE ਹੈ, ਉਹਨਾਂ ਦੇ ਵਿਚਕਾਰ ਫਾਈਟਿੰਗ ਹੋ ਰਹੀ ਹੈ, ਤਾਂ ਬਹੁਤ ਸਾਰੇ ਜਿਹੜੇ ਤਾਮਿਲ ਲੋਕ ਆ ਮਾਰੇ ਜਾ ਰਹੇ ਹੈਗੇ ਫਾਈਟਿੰਗ ਦੇ ਵਿੱਚ। ਤਾਂ ਜਿਹੜੇ ਇੰਡੀਅਨ ਤਾਮਿਲ ਹੈਗੇ ਉਹ ਭਾਰਤ ਸਰਕਾਰ 'ਤੇ ਪ੍ਰੈਸ਼ਰ ਬਣਾਉਣ ਲੱਗ ਗਏ ਕਿ ਤਾਮਿਲ ਦੀ ਰੱਖਿਆ ਲਈ ਕੁਛ ਨਾ ਕੁਛ ਕੀਤਾ ਜਾਵੇ। ਤਾਮਿਲ ਕੁਐਸਚਨ 'ਤੇ ਇੰਡੀਅਨ ਗੌਰਮੈਂਟ ਕੋਈ ਨਾ ਕੋਈ ਗੱਲਬਾਤ ਕਰੇ ਸ਼੍ਰੀਲੰਕਾ ਸਰਕਾਰ ਦੇ ਨਾਲ। ਤਾਂ ਤਾਮਿਲ ਦੇ ਇੰਟਰਸਟ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਭਾਰਤ ਸਰਕਾਰ ਨੂੰ। ਇਹ ਪ੍ਰੈਸ਼ਰ ਆਉਣਾ ਸ਼ੁਰੂ ਹੋ ਗਿਆ ਤਾਮਿਲ ਪੀਪਲ ਦਾ ਇੰਡੀਅਨ ਗੌਰਮੈਂਟ 'ਤੇ। ਹਾਂਜੀ, ਅੱਗੇ ਵਧਦੇ ਹਾਂ ਬੱਚਿਓ। In 1987, the government of India directly involved in the Sri Lanka Tamil question। ਤਾਂ 1987 ਦੇ ਵਿੱਚ ਸ਼੍ਰੀਲੰਕਾ ਦੀ ਸਰਕਾਰ, ਇੰਡੀਅਨ ਸਰਕਾਰ ਹੈ ਜਿਹੜੀ, ਉਹ ਸ਼੍ਰੀਲੰਕਾ ਵਿੱਚ ਤਾਮਿਲ ਕੁਐਸਚਨ 'ਤੇ ਡਾਇਰੈਕਟਲੀ ਇਨਵੋਲਵ ਹੋ ਗਈ। ਇੰਡੀਆ ਸਾਈਨਡ ਐਨ ਅਕੋਰਡ ਵਿਦ ਸ਼੍ਰੀਲੰਕਾ ਐਂਡ ਸੈਂਟ ਟਰੂਪਸ ਟੂ ਸਟੈਬਲਾਈਜ਼ ਦਾ ਰਿਲੇਸ਼ਨ ਬਿਟਵੀਨ ਸ਼੍ਰੀਲੰਕਾ ਗੌਰਮੈਂਟ ਐਂਡ ਦਾ ਤਾਮਿਲ। ਤਾਂ ਇੰਡੀਆ ਨੇ ਇੱਕ ਅਕੋਰਡ ਸਾਈਨ ਕੀਤਾ 1987 ਦੇ ਵਿੱਚ ਹੀ ਕੀਤਾ ਸੀਗਾ ਇਹ, ਕਿ ਇੰਡੀਆ ਟਰੂਪ ਭੇਜੇਗਾ ਤਾਂ ਕਿ ਸ਼੍ਰੀਲੰਕਾ ਸਰਕਾਰ ਅਤੇ ਤਾਮਿਲ ਦੇ ਵਿਚਕਾਰ ਜਿਹੜੇ ਰਿਲੇਸ਼ਨ ਆ ਉਹ ਸਟੈਬਲਾਈਜ਼ ਹੋ ਸਕਣ। ਇਵੈਂਚੁਅਲੀ ਦਾ ਇੰਡੀਅਨ ਆਰਮੀ ਗੋਟ ਇਨਟੂ ਏ ਫਾਈਟ ਵਿਦ ਦਾ LTTE। ਪਰ ਆਖਿਰਕਾਰ ਜਿਹੜੀ ਇੰਡੀਅਨ ਆਰਮੀ ਹੈ ਉਹ LTTE ਦੇ ਨਾਲ ਹੀ ਫਾਈਟ ਕਰਨੀ ਸ਼ੁਰੂ ਕਰਤੀ। ਜਿਹੜੀ ਇੰਡੀਅਨ ਗੌਰਮੈਂਟ ਨੇ ਜਿਹੜੇ ਟਰੂਪਸ ਭੇਜੇ ਸੀ, ਆਰਮੀ ਭੇਜੀ ਸੀ, ਪੀਸ ਕੀਪਿੰਗ ਫੋਰਸ ਭੇਜੀ ਸੀ, ਉਹਨਾਂ ਨੂੰ ਵੀ LTTE ਦੇ ਨਾਲ ਫਾਈਟ ਕਰਨੀ ਪਈ, ਜਿਹਦੇ ਕਰਕੇ ਤਾਮਿਲ ਹੋਰ ਨਾਰਾਜ਼ ਹੋ ਜਾਣਗੇ ਭਾਰਤ ਸਰਕਾਰ ਦੇ ਨਾਲ। ਅਤੇ ਉਹ ਇਹ ਵੀ ਸੋਚਣਗੇ ਕਿ ਸਿੰਹਾਲਾ ਵੀ ਇਹ ਸੋਚਣਗੇ ਕਿ ਜਿਹੜੀ ਭਾਰਤ ਸਰਕਾਰ ਹੈਗੀ ਉਹ ਸਾਡੇ ਇੰਟਰਨਲ ਮੈਟਰ ਦੇ ਵਿੱਚ ਇੰਟਰਫੇਅਰ ਕਰ ਰਹੀ ਹੈਗੀ। ਦੇ saw this as an attempt by India to interfere in the internal affairs of Sri Lanka। ਅਤੇ ਉਹਨਾਂ ਨੇ ਇਹ ਵੀ ਸੋਚਿਆ, ਉਹਨੂੰ ਇਸ ਤਰ੍ਹਾਂ ਵੀ ਦੇਖਿਆ ਕਿ ਭਾਰਤ ਉਹਨਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇ ਰਿਹਾ। ਸ਼੍ਰੀਲੰਕਾ ਨੇ ਇਹ ਵੀ ਸੋਚਿਆ, ਇਸ ਤਰ੍ਹਾਂ ਵੀ ਦੇਖਿਆ ਇਸ ਅਫੇਅਰ ਨੂੰ, ਇਸ ਅਟੈਂਪਟ ਨੂੰ। ਇਨ 1999 ਦਾ ਇੰਡੀਅਨ ਪੀਸ ਕੀਪਿੰਗ ਫੋਰਸ ਪੁਲਡ ਆਊਟ ਆਫ ਸ਼੍ਰੀਲੰਕਾ। ਤਾਂ 1999 ਦੇ ਵਿੱਚ 2 ਸਾਲ ਬਾਅਦ ਆਪਦਾ ਆਬਜੈਕਟ, ਆਪਦਾ ਉਦੇਸ਼ ਪੂਰਾ ਕੀਤੇ ਬਿਨਾਂ ਹੀ ਭਾਰਤ ਸਰਕਾਰ ਨੇ ਪੀਸ ਕੀਪਿੰਗ ਫੋਰਸ ਨੂੰ ਵਾਪਸ ਬੁਲਾ ਲਿਆ 89 ਦੇ ਵਿੱਚ। ਸ਼੍ਰੀਲੰਕਾ ਕ੍ਰਾਈਸਿਸ ਕੰਟੀਨਿਊ ਟੂ ਬੀ ਵਾਇਲੈਂਟ। ਇਸ ਤੋਂ ਬਾਅਦ ਵੀ ਸ਼੍ਰੀਲੰਕਾ ਜਿਹੜਾ ਇਹ ਸੰਕਟ ਹੈ ਉਹ ਜਾਰੀ ਰਿਹਾ, ਵਾਇਲੈਂਟ, ਹਿੰਸਕ ਜਾਰੀ ਰਿਹਾ, ਹਿੰਸਕ। ਨਾਰਵੇ ਐਂਡ ਆਈਸਲੈਂਡ ਹੈਵ ਬੀਨ ਟਰਾਈੰਗ ਟੂ ਬ੍ਰਿੰਗ ਦਾ ਵਾਰਿੰਗ ਗਰੁੱਪਸ ਬੈਕ ਟੂ ਨੈਗੋਸ਼ੀਏਸ਼ਨ। ਅਤੇ ਜਿਹੜੀ ਸਕੈਂਡੀਨੇਵੀਅਨ ਕੰਟਰੀ ਹੈ ਵੀ, ਜਿਵੇਂ ਕਿ ਆਈਸਲੈਂਡ ਹੋ ਗਿਆ, ਨਾਰਵੇ ਹੋ ਗਿਆ, ਇਹਨਾਂ ਕੰਟਰੀ ਨੇ ਕੋਸ਼ਿਸ਼ ਕੀਤੀ ਤਾਂ ਕਿ ਸ਼੍ਰੀਲੰਕਾ ਦੇ ਵਿੱਚ ਸ਼ਾਂਤੀ ਲਿਆਂਦੀ ਜਾ ਸਕੇ। ਉਹਨਾਂ ਨੇ ਜਿਹੜੇ ਯੁੱਧ ਕਰਨ ਵਾਲੇ ਗਰੁੱਪਸ ਹੈ ਉਹਨਾਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਕਾਫੀ ਕੋਸ਼ਿਸ਼ ਕੀਤੀ ਅਤੇ ਕਾਫੀ ਹੱਦ ਤੱਕ ਇਹਨੂੰ ਸ਼ਾਂਤ ਵੀ ਕੀਤਾ ਗਾ। ਹਾਂਜੀ, ਪੂਰੀ ਤਰ੍ਹਾਂ ਤਾਂ ਨਹੀਂ ਖਤਮ ਹੋਇਆ, ਬਟ ਕਾਫੀ ਹੱਦ ਤੱਕ ਸ਼ਾਂਤ ਕਰ ਦਿੱਤਾ ਗਿਆ ਗਾ। ਤਾਂ ਇਸ ਤੋਂ ਇਲਾਵਾ ਵੀ ਸ਼੍ਰੀਲੰਕਾ ਦੇ ਵਿੱਚ ਇਕੋਨਮੀ ਬਾਰੇ ਪੜ੍ਹਦੇ ਹਾਂ ਆਪਾਂ, ਸ਼੍ਰੀਲੰਕਾ ਦੀ ਬਾਰੇ। ਹਾਂਜੀ, ਇਨ ਸਪਾਈਟ ਆਫ ਦਾ ਔਨ ਗੋਇੰਗ ਕਨਫਲਿਕਟ ਸ਼੍ਰੀਲੰਕਾ ਹੈਜ਼ ਰਜਿਸਟਰਡ ਕੰਸੀਡਰੇਬਲ ਇਕਨੋਮਿਕ ਗਰੋਥ। ਦੇਖੋ ਵੀ, ਇਸ ਤਰ੍ਹਾਂ ਦਾ ਘਰੇਲੂ ਲੜਾਈ ਹੋਣ ਦੇ ਬਾਵਜੂਦ ਵੀ ਸ਼੍ਰੀਲੰਕਾ ਇਹੋ ਜਿਹਾ ਕੰਟਰੀ ਹੈ ਜਿਹਨੇ ਕੰਸੀਡਰੇਬਲ ਇਕਨੋਮਿਕ ਗਰੋਥ ਰਜਿਸਟਰ ਕੀਤੀ ਹੈ। ਇਸ ਤੋਂ ਇਲਾਵਾ ਰਿਕਾਰਡਡ ਹਾਈ ਲੈਵਲ ਆਫ ਹਿਊਮਨ ਡਿਵੈਲਪਮੈਂਟ, ਉਹਨੇ ਹਾਈ ਲੈਵਲ ਆਫ ਹਿਊਮਨ ਡਿਵੈਲਪਮੈਂਟ ਵੀ ਕਰਕੇ ਦਿਖਾਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਫਸਟ ਡਿਵੈਲਪਿੰਗ ਕੰਟਰੀ ਟੂ ਸਕਸੈਸਫੁਲੀ ਕੰਟਰੋਲ ਦਾ ਰੇਟ ਆਫ ਗਰੋਥ ਆਫ ਪਾਪੂਲੇਸ਼ਨ। ਅਤੇ ਇੱਕ ਪਹਿਲਾ ਇਹੋ ਜਿਹਾ ਵਿਕਾਸਸ਼ੀਲ ਦੇਸ਼ ਹੈ ਜਿਸ ਨੇ ਪਾਪੂਲੇਸ਼ਨ ਗਰੋਥ ਰੇਟ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਗਾ। ਤਾਂ ਇਹ ਆਪਾਂ ਨੂੰ ਸ਼੍ਰੀਲੰਕਾ ਤੋਂ ਕੁਝ ਸਿੱਖਣ ਦੀ ਜ਼ਰੂਰਤ ਹੈ ਕਿ ਸ਼੍ਰੀਲੰਕਾ ਨੇ ਇਕਨੋਮਿਕਲੀ ਗਰੋ ਕੀਤਾ, ਪਾਪੂਲੇਸ਼ਨ ਨੂੰ ਜਿਹੜਾ ਕੰਟਰੋਲ ਕੀਤਾ, GDP ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਈ ਸਾਲਾਂ ਤੱਕ ਅੱਗੇ ਰੱਖਿਆ। ਤਾਂ ਇਹ ਸ਼੍ਰੀਲੰਕਾ ਤੋਂ ਹੁਣ ਸਿੱਖਣ ਦੀ ਜ਼ਰੂਰਤ ਹੈ ਦੂਜੇ ਕੰਟਰੀਜ਼ ਨੂੰ। ਇਹ ਸੀਗਾ ਵੀ ਸ਼੍ਰੀਲੰਕਾ ਬਾਰੇ। ਅੱਗੇ ਵੱਧਦੇ ਹਾਂ। ਹੁਣ ਹੈ ਵੀ ਇੰਡੀਆ ਪਾਕਿਸਤਾਨ ਕਨਫਲਿਕਟਸ। ਦੇਖੋ ਬੱਚਿਓ, ਆਪਾਂ ਸਾਰੇ ਜਾਣਦੇ ਹਾਂ ਕਿ ਇੰਡੀਆ ਅਤੇ ਪਾਕਿਸਤਾਨ ਦੇ ਮੇਨਲੀ ਤਾਂ 3 ਯੁੱਧ ਹੋਏ ਹੈਗੇ। ਇੱਕ 1965 'ਚ ਯੁੱਧ ਹੋਇਆ, ਇੱਕ 1971 ਦੇ ਵਿੱਚ ਹੋਇਆ, ਇੱਕ 1999 'ਚ ਹੋਇਆ। ਬਟ ਇੱਕ ਕਸ਼ਮੀਰ ਵਾਰ ਵੀ ਹੋਇਆ ਸੀ 1948 ਦੇ ਵਿੱਚ, 47-48 ਕਹਿ ਸਕਦੇ ਹੈਗੇ ਆਪਾਂ। ਤਾਂ ਉਹਦੇ ਹਿਸਾਬ ਨਾਲ 4 ਯੁੱਧ ਹੋ ਜਾਂਦੇ ਹੈਗੇ। ਜਿਹੜਾ 47-48 ਵਾਲਾ ਯੁੱਧ ਹੋਇਆ ਸੀਗਾ ਉਹ ਕਸ਼ਮੀਰ ਨੂੰ ਲੈ ਕੇ ਹੋਇਆ ਸੀ ਵਾਰ, ਸਿੱਧਮ ਸਿੱਧਾ। ਜਿਹੜਾ 1965 ਵਾਲਾ ਯੁੱਧ ਸੀਗਾ ਉਹ ਸਰ ਕ੍ਰੀਕ, ਜਿਹੜਾ ਕਿ ਬਾਰਡਰ ਬਣਦਾ ਗਾ ਆਪਣਾ ਗੁਜਰਾਤ ਦੇ ਵਿੱਚ, ਰਾਣਾ ਕੱਛ ਵਾਲਾ, ਉਸ ਖੇਤਰ ਨੂੰ ਲੈ ਕੇ ਵਿਵਾਦ ਹੋਇਆ ਸੀ। ਉਸ ਤੋਂ ਬਾਅਦ ਕਸ਼ਮੀਰ ਨਾਲ ਜੋੜ ਲਿਆ ਗਿਆ ਤਾਂ ਉਹ 1965 ਦੇ ਵਿੱਚ ਯੁੱਧ ਹੋ ਗਿਆ।
1965 ਦੇ ਯੁੱਧ ਤੋਂ ਬਾਅਦ ਜਿਹੜਾ ਆਪਣਾ ਐਗਰੀਮੈਂਟ ਹੋਇਆ ਸੀ ਪਾਕਿਸਤਾਨ ਦੇ ਨਾਲ, ਉਹ ਹੋਇਆ ਸੀ ਤਾਸ਼ਕੰਦ। ਤਾਸ਼ਕੰਦ ਇੱਕ ਸ਼ਹਿਰ ਦਾ ਨਾਮ ਹੈ ਜਿਹੜਾ ਕਿ USSR ਦਾ ਪਾਰਟ ਸੀ ਉਸ ਸਮੇਂ। ਉਜ਼ਬੇਕਿਸਤਾਨ ਦੀ ਰਾਜਧਾਨੀ ਅੱਜ ਕੱਲ੍ਹ ਤਾਸ਼ਕੰਦ ਆ। ਉੱਥੇ 1966 ਦੇ ਵਿੱਚ ਐਗਰੀਮੈਂਟ ਸਾਈਨ ਹੋਇਆ ਸੀਗਾ। ਇਸ ਤੋਂ ਬਾਅਦ 1971 ਦੇ ਵਿੱਚ ਬੰਗਲਾ ਦੇ ਲਿਬਰੇਸ਼ਨ ਵਾਰ ਹੋਇਆ, ਤਾਂ 1972 ਦੇ ਵਿੱਚ ਸ਼ਿਮਲਾ ਸਮਝੌਤਾ ਹੋਇਆ ਸੀਗਾ। ਸ਼ਿਮਲਾ ਐਗਰੀਮੈਂਟ ਉਹ 1972 'ਚ ਹੋਇਆ ਸੀਗਾ। 1971 ਲੜਾਈ ਤੋਂ ਬਾਅਦ ਹੋਇਆ। ਇਸ ਤੋਂ 1999 ਦੇ ਵਿੱਚ ਹੋਇਆ ਕਾਰਗਿਲ ਵਾਰ। ਕਾਰਗਿਲ ਵਾਰ ਤੋਂ ਬਾਅਦ ਸ਼ਾਇਦ ਕੋਈ ਸਮਝੌਤਾ ਨਹੀਂ ਹੋਇਆ। 2001 ਦੇ ਵਿੱਚ ਮੈਨੂੰ ਲੱਗਦਾ ਜਿਹੜੀ ਆਗਰਾ ਸਮਿਟ ਹੋਇਆ ਸੀਗਾ। ਚਲੋ, ਤਾਂ ਦੇਖਦੇ ਹਾਂ ਵੀ ਮੇਨਲੀ 3 ਯੁੱਧ ਹੋਏ ਆਪਣੇ ਪਾਕਿਸਤਾਨ ਦੇ ਨਾਲ, ਤਾਂ ਉਹਨਾਂ ਬਾਰੇ ਆਪਾਂ ਪੜ੍ਹਾਂਗੇ ਇਹਦੇ 'ਚ। ਪਹਿਲਾ ਵੀ ਇਨ 1947-48 ਵਾਰ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਫਾਰ ਕਸ਼ਮੀਰ ਇਸ਼ੂ। ਦੇਖੋ ਬੱਚਿਓ, ਮੈਂ ਥੋੜ੍ਹਾ ਜਿਹਾ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜਦੋਂ ਨਾ ਆਪਣਾ ਬ੍ਰਿਟਿਸ਼ ਇੰਡੀਆ ਆਜ਼ਾਦ ਹੋਇਆ, ਬ੍ਰਿਟਿਸ਼ ਇੰਡੀਆ ਤੋਂ ਆਪਾਂ ਆਜ਼ਾਦ ਹੋਏ, ਤਾਂ ਇੰਡੀਆ ਦੇ 2 ਟੁਕੜੇ ਹੋ ਗਏ। ਇੱਕ ਇੰਡੀਆ ਬਣ ਗਿਆ, ਇੱਕ ਪਾਕਿਸਤਾਨ ਬਣ ਗਿਆ। ਤਾਂ ਇੰਡੀਆ ਦੇ ਵਿੱਚ ਨਾ ਜਿਹੜਾ ਮਾਊਂਟਬੈਟਨ ਪਲਾਨ ਦੇ ਤਹਿਤ ਆਪਾਂ ਆਜ਼ਾਦ ਹੋਏ, ਤਾਂ ਮਾਊਂਟਬੈਟਨ ਪਲਾਨ ਦੇ ਵਿੱਚ ਇੱਕ ਲਾਈਨ ਲਿਖੀ ਹੋਈ ਸੀ। ਉਸ ਸਮੇਂ ਇੰਡੀਆ ਦੇ ਵਿੱਚ 565 ਦੇ ਕਰੀਬ ਪ੍ਰਿੰਸਲੀ ਸਟੇਟਾਂ ਸੀ, ਰਜਵਾੜੇ ਸੀਗੇ। ਤਾਂ ਉਹਨਾਂ ਨੂੰ ਬੋਲਿਆ ਗਿਆ ਸੀ ਕਿ ਬ੍ਰਿਟਿਸ਼ ਇੰਡੀਆ ਦੇ 2 ਟੁਕੜੇ ਹੋਣਗੇ, ਇੱਕ ਇੰਡੀਆ ਬਣੂਗਾ, ਇੱਕ ਪਾਕਿਸਤਾਨ ਬਣੂਗਾ। ਜਿਹੜੇ ਇਹ ਪ੍ਰਿੰਸਲੀ ਸਟੇਟਸ ਨੇ, ਇਹਨਾਂ ਦੀ ਮਰਜ਼ੀ ਹੈ, ਉਹ ਚਾਹੇ ਤਾਂ ਇੰਡੀਆ ਨਾਲ ਰਲ ਜਾਣ, ਚਾਹੇ ਪਾਕਿਸਤਾਨ ਨਾਲ ਰਲ ਜਾਣ, ਚਾਹੇ ਉਹ ਆਜ਼ਾਦ ਵੀ ਰਹਿ ਸਕਦੇ ਹੈ। ਤਾਂ ਆਪਣੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਬਹੁਤ ਹੀ ਹੋਣਹਾਰ ਪਰਸਨ ਸੀਗੇ। ਉਹਨਾਂ ਨੇ ਬਹੁਤ ਸਾਰੀਆਂ ਰਿਆਸਤਾਂ ਨੂੰ ਗੱਲਬਾਤ ਦੇ ਰਾਹੀਂ ਇੰਡੀਆ ਦੇ ਵਿੱਚ ਸ਼ਾਮਲ ਕਰ ਲਿਆ। ਕੁਝ ਰਿਆਸਤਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਲੱਗਦੀਆਂ ਸੀ, ਉਹ ਪਾਕਿਸਤਾਨ 'ਚ ਵੀ ਸ਼ਾਮਲ, ਜਿਵੇਂ ਬਲੋਚਿਸਤਾਨ ਪਾਕਿਸਤਾਨ ਸ਼ਾਮਲ ਹੋ ਗਿਆ ਸੀਗਾ। ਤਾਂ ਕਾਫੀ ਹੱਦ ਤੱਕ ਇੰਡੀਆ ਦੇ ਵਿੱਚ ਜਿਹੜੀਆਂ ਰਿਆਸਤਾਂ ਸੀ ਉਹ ਸਾਰੀਆਂ ਇੰਡੀਆ ਦੇ ਵਿੱਚ ਜਿਹੜੀਆਂ ਰਿਆਸਤਾਂ ਸੀ ਉਹ ਇੰਡੀਆ ਵਿੱਚ ਹੀ ਸ਼ਾਮਲ ਹੋ ਗਈਆਂ ਸੀ। 3 ਰਿਆਸਤਾਂ ਰਹਿ ਜਾਂਦੀਆਂ ਨੇ। ਇੱਕ ਰਹਿ ਜਾਂਦਾ ਹੈਦਰਾਬਾਦ, ਇੱਕ ਰਹਿ ਜਾਂਦਾ ਹੈਗਾ ਜੂਨਾਗੜ੍ਹ, ਇੱਕ ਰਹਿ ਜਾਂਦਾ ਕਸ਼ਮੀਰ। ਜੂਨਾਗੜ੍ਹ ਦਾ ਨਵਾਬ ਕਹਿੰਦਾ ਮੈਂ ਪਾਕਿਸਤਾਨ ਨਾਲ ਰਲਣਾ, ਤਾਂ ਇੰਡੀਆ ਉਹਦੇ 'ਤੇ ਫੌਜੀ ਕਾਰਵਾਈ ਕਰਦਾ ਹੈਗਾ, ਤਾਂ ਜੂਨਾਗੜ੍ਹ ਦਾ ਨਵਾਬ ਪਾਕਿਸਤਾਨ ਦੌੜ ਜਾਂਦਾ ਹੈਗਾ। ਤਾਂ ਜੂਨਾਗੜ੍ਹ ਦੇ ਨਵਾਬ ਤੋਂ ਬਾਅਦ ਉੱਥੇ ਪਲੈਬਸਾਈਟ ਕਰਵਾਇਆ ਜਾਂਦਾ, ਲੋਕਾਂ ਤੋਂ ਪੁੱਛਿਆ ਜਾਂਦਾ ਵੀ ਕਿੱਧਰ ਜਾਣਾ ਚਾਹੁੰਦੇ ਹੋ। ਲੋਕ ਕਹਿੰਦੇ ਵੀ ਅਸੀਂ ਇੰਡੀਆ ਨਾਲ ਰਲਣਾ ਗਾ। ਤਾਂ ਉਹ ਭਾਰਤ ਦਾ ਹਿੱਸਾ ਬਣ ਗਿਆ। ਇੰਡੀਆ ਨੇ 2 ਲੈਟਰ ਕੱਢੇ ਸੀ, ਇੰਸਟਰੂਮੈਂਟ ਆਫ ਸੈਸ਼ਨ ਅਤੇ ਇੰਸਟਰੂਮੈਂਟ ਆਫ ਮਰਜਰ। ਤਾਂ ਉਹਨਾਂ ਦੇ ਦੋਨਾਂ ਦੇ ਸਾਈਨ ਹੁੰਦੇ ਆ, ਉਹ ਇੰਡੀਆ ਦਾ ਭਾਗ ਬਣ ਜਾਂਦਾ। ਇਸ ਤੋਂ ਬਾਅਦ ਇਸੇ ਤਰ੍ਹਾਂ ਹੀ ਕਾਰਵਾਈ ਆਪਾਂ ਕਰਦੇ ਹੈਗੇ ਅਤੇ ਹੈਦਰਾਬਾਦ 'ਤੇ। ਤਾਂ ਹੈਦਰਾਬਾਦ ਵੀ ਇੰਡੀਆ ਦਾ ਭਾਗ ਬਣ, ਜਦ ਕਿ ਹੈਦਰਾਬਾਦ ਨੂੰ ਸ਼ਾਮਲ ਕਰਨ ਵਾਸਤੇ ਛੋਟੀ ਲੜਾਈ ਲੜਨੀ ਪਈ ਸੀਗੀ, ਆਪਰੇਸ਼ਨ ਪੋਲੋ ਲਾਂਚ ਕਰਨਾ ਪਿਆ ਸੀ ਆਪਾਂ ਨੂੰ। ਪਰ ਹੈਦਰਾਬਾਦ 'ਤੇ ਵੀ ਆਪਣਾ ਕਬਜ਼ਾ ਹੋ ਜਾਂਦਾ, ਹੈਦਰਾਬਾਦ ਵੀ ਇੰਡੀਆ ਦਾ ਭਾਗ ਬਣ ਜਾਂਦਾ ਗਾ। ਇਸ ਤੋਂ ਬਾਅਦ ਕਸ਼ਮੀਰ ਵਾਲਾ ਮਸਲਾ ਅਟਕ ਜਾਂਦਾ ਗਾ। ਕਸ਼ਮੀਰ 'ਤੇ ਪਹਿਲਾਂ ਹੀ ਹਮਲਾ ਕਰ ਦਿੰਦਾ ਪਾਕਿਸਤਾਨ। ਜਦੋਂ ਕਸ਼ਮੀਰ 'ਤੇ ਪਾਕਿਸਤਾਨ ਹਮਲਾ ਕਰ ਦਿੰਦਾ, ਮਹਾਰਾਜਾ ਹਰੀ ਸਿੰਘ ਸਹਾਇਤਾ ਮੰਗਦਾ ਇੰਡੀਆ ਤੋਂ। ਤਾਂ ਇੰਡੀਆ ਪਹਿਲਾਂ ਕਹਿੰਦਾ ਹੈਗਾ ਵੀ ਤੁਸੀਂ ਇੰਸਟਰੂਮੈਂਟ ਆਫ ਸੈਸ਼ਨ 'ਤੇ ਸਾਈਨ ਕਰੋ। ਤਾਂ ਮਹਾਰਾਜਾ ਜਿਹੜਾ ਇੰਸਟਰੂਮੈਂਟ ਆਫ ਸੈਸ਼ਨ 'ਤੇ ਸਾਈਨ ਕਰਨ ਤੋਂ ਨਾਂਹ ਕਰ ਦਿੰਦਾ ਗਾ। ਤਾਂ ਸ਼ੇਖ ਅਬਦੁੱਲਾ ਦੇ ਕਹਿਣ 'ਤੇ ਉਹ ਇੰਸਟਰੂਮੈਂਟ ਆਫ ਸੈਸ਼ਨ 'ਤੇ ਸਾਈਨ ਵੀ ਕਰ ਦਿੰਦਾ ਗਾ। ਤਾਂ ਬਟ ਉਨੀ ਦੇਰ ਤੱਕ ਪਾਕਿਸਤਾਨ ਨੇ ਆਪਦੀ ਆਰਮੀ ਕਾਫੀ ਅੰਦਰ ਤੱਕ ਲੈ ਜਾਂਦੀ ਸੀਗੀ। ਤਾਂ ਜਦੋਂ ਇੰਸਟਰੂਮੈਂਟ ਆਫ ਸੈਸ਼ਨ 'ਤੇ ਮਹਾਰਾਜਾ ਹਰੀ ਸਿੰਘ ਸਾਈਨ ਕਰ ਦਿੰਦਾ ਗਾ, ਤਾਂ ਇੰਡੀਆ ਵੀ ਆਰਮੀ ਭੇਜ ਦਿੰਦਾ ਆਪਦੀ ਕਸ਼ਮੀਰ ਦੇ ਵਿੱਚ। ਤਾਂ ਉੱਥੇ ਲੜਾਈ ਛਿੜ ਜਾਂਦੀ ਹੈਗੀ। ਤਾਂ ਜੋ ਲੜਾਈ ਛਿੜ ਜਾਂਦੀ ਹੈ, ਤਾਂ ਉੱਥੇ ਕਾਫੀ ਖੇਤਰ 'ਤੇ ਅੰਦਰ ਤੱਕ ਆ ਚੁੱਕਿਆ ਸੀਗਾ ਪਾਕਿਸਤਾਨ। ਤਾਂ ਕਸ਼ਮੀਰ ਵੈਲੀ ਦੇ ਵੀ ਕਾਫੀ ਅੰਦਰ ਤੱਕ ਆ ਚੁੱਕਿਆ ਸੀਗਾ। ਤਾਂ ਲੜਾਈ ਚੱਲਦੇ ਚੱਲਦੀ ਮੁਹੰਮਦ ਅਲੀ ਜਿੰਨਾ ਨੇ ਕਸ਼ਮੀਰ ਦੇ ਕੁਝ ਹਿੱਸੇ ਨੂੰ ਆਜ਼ਾਦ ਕਸ਼ਮੀਰ ਘੋਸ਼ਿਤ ਕਰਤਾ। ਤਾਂ ਪੰਡਿਤ ਨਹਿਰੂ 'ਤੇ ਇਸ ਚੀਜ਼ ਦਾ ਦਬਾਅ ਬਣ ਗਿਆ ਕਿ ਵੀ ਕਸ਼ਮੀਰ ਆਪਣੇ ਹੱਥੋਂ ਨਿਕਲ ਨਾ ਜਾਵੇ। ਤਾਂ UN ਚਲੇ ਜਾਂਦੇ ਆ। ਤਾਂ UN ਸੀਜ਼ ਫਾਇਰ ਕਰਵਾ ਦਿੰਦਾ ਵੀ ਕੋਈ ਗੋਲੀ ਨਹੀਂ ਚਲਾਊਗਾ, ਅਤੇ ਇਹ ਜਿਹੜਾ ਐਗਰੀਮੈਂਟ ਹੈ ਉਹ UN ਕੋਲ ਚਲਾ ਜਾਂਦਾ। ਤਾਂ UN ਕੋਲ ਚਲਾ ਜਾਂਦਾ, ਤਾਂ ਉਦੋਂ ਬਾਅਦ ਉੱਥੇ LOC ਲਾਈਨ ਆ ਜਿਹੜੀ ਉਹ ਬਣਾ ਦਿੰਦੇ ਆ, ਲਾਈਨ ਆਫ ਕੰਟਰੋਲ। ਉਹਦੇ ਉੱਧਰਲੇ ਸਾਈਡ ਪਾਕਿਸਤਾਨ ਸਿਪਾਹੀ ਖੜ੍ਹੇ ਆ, ਇੱਧਰਲੇ ਸਾਈਡ ਇੰਡੀਅਨ ਸਿਪਾਹੀ ਖੜ੍ਹੇ ਹੈਗੇ। ਤਾਂ ਉਹ ਕਸ਼ਮੀਰ ਵਾਲਾ ਇਸ਼ੂ ਲਟਕ ਜਾਂਦਾ ਵਿਚਕਾਰ। ਇਸ ਕਰਕੇ 47-48 ਦਾ ਵਾਰ ਕਸ਼ਮੀਰ ਨੂੰ ਲੈ ਕੇ ਹੋਇਆ ਸੀਗਾ। ਉਹ ਅੱਜ ਵੀ ਸੈਨਾ ਉਸੇ ਤਰ੍ਹਾਂ ਹੀ ਖੜ੍ਹੀ ਹੈ, LOC ਬਾਰਡਰ ਬਣ ਗਿਆ ਉੱਥੇ ਕਸ਼ਮੀਰ ਦੇ ਵਿੱਚ। ਤਾਂ ਉਸ ਤੋਂ ਬਾਅਦ ਜਿਹੜਾ ਇੱਧਰਲਾ ਆਪਣੇ ਕੋਲ ਰਹਿ ਗਿਆ ਕਸ਼ਮੀਰ, ਉਹਦੇ ਵਾਸਤੇ ਆਪਾਂ ਨੂੰ ਧਾਰਾ 370 ਲੈ ਕੇ ਆਉਣੀ ਪਈ, ਜਿਹੜੀ ਕਿ 2019 'ਚ ਹਟਾ ਦਿੱਤੀ ਗਈ ਹੈ। ਅਤੇ ਜਿਹੜਾ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਉਹਨੂੰ ਆਪਾਂ POK ਬੋਲਦੇ ਹਾਂ, ਪਾਕਿਸਤਾਨ ਆਕੂਪਾਈਡ ਕਸ਼ਮੀਰ। ਉਹਨਾਂ ਵਿਚਕਾਰ ਇੱਕ ਬਾਰਡਰ ਲਾਈਨ ਆ LOC, ਲਾਈਨ ਆਫ ਕੰਟਰੋਲ। ਸ਼ਿਮਲਾ ਸਮਝੌਤੇ ਦੇ ਦੌਰਾਨ ਆਪਾਂ ਉਸ ਲਾਈਨ ਨੂੰ ਮਾਨਤਾ ਦਿੱਤੀ ਕਿ ਕਸ਼ਮੀਰ ਦੇ ਵਿੱਚ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਬਾਰਡਰ ਲਾਈਨ ਹੋਊਗੀ ਉਹ LOC ਹੀ ਹੋਵੇਗੀ। ਅਤੇ ਇਹ ਵੀ ਕਿਹਾ ਗਿਆ ਉਹਦੇ 'ਚ ਕਿ ਜਿਹੜਾ ਕਸ਼ਮੀਰ ਦਾ ਮਸਲਾ ਆਪਾਂ ਬਾਇਲੈਟਰਲੀ ਸੋਲਵ ਕਰਾਂਗੇ, ਕਿਸੇ ਹੋਰ ਥਰਡ ਪਾਰਟੀ ਨੂੰ ਵਿੱਚ ਨਹੀਂ ਬਿਠਾਵਾਂਗੇ। ਤਾਂ ਇਹ ਕੁਝ ਚੀਜ਼ਾਂ ਸੀਗੀਆਂ ਵੀ ਕਸ਼ਮੀਰ ਨੂੰ ਲੈ ਕੇ। ਚਲੋ ਆਪਾਂ ਪੜ੍ਹਦੇ ਹਾਂ ਹੁਣ, ਮੈਂ ਨਾਲ ਨਾਲ ਥੋੜ੍ਹਾ ਥੋੜ੍ਹਾ ਦੱਸੀ ਚੱਲੂੰਗਾ ਤੁਹਾਨੂੰ। ਹਾਂਜੀ ਬੱਚਿਓ, ਤਾਂ ਇਨ 1947 ਐਂਡ 48 ਵਾਰ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਫਾਰ ਕਸ਼ਮੀਰ ਇਸ਼ੂ। ਕਸ਼ਮੀਰ ਇਸ਼ੂ ਨੂੰ ਲੈ ਕੇ 1947 ਅਤੇ 48 ਦੇ ਵਿੱਚ ਜੰਗ ਹੋ ਗਈ, ਯੁੱਧ ਹੋ ਗਿਆ ਇੰਡੀਆ ਅਤੇ ਪਾਕਿਸਤਾਨ ਵਿਚਕਾਰ। ਇਸ ਤੋਂ 1965 ਆਫਟਰ ਵਾਰ ਤਾਸ਼ਕੰਡ ਐਗਰੀਮੈਂਟ ਬਿਟਵੀਨ ਇੰਡੀਆ ਐਂਡ ਪਾਕਿਸਤਾਨ।
ਜਿਹੜੀ 1965 ਲੜਾਈ ਸੀ ਇਹ ਰਾਣਾ ਆਬਕਾਸ਼ ਵਾਲੇ ਖੇਤਰ ਨੂੰ ਲੈ ਕੇ ਹੋਈ ਸੀ। ਜ਼ਿਆਦਾ ਵੱਡੀ ਲੜਾਈ ਤਾਂ ਨਹੀਂ ਸੀ, ਬਟ 65 ਦੇ ਵਿੱਚ ਇਹ ਲੜਾਈ ਹੋਈ ਸੀਗੀ ਇੰਡੀਆ ਅਤੇ ਪਾਕਿਸਤਾਨ ਦੀ। ਇਸ ਲੜਾਈ ਦਾ ਕੋਈ ਨਤੀਜਾ ਜ਼ਿਆਦਾਤਰ ਨਿਕਲਿਆ ਨਹੀਂ ਸੀ। ਇਹਨੂੰ ਇੰਡੀਆ ਵੀ ਸੈਲੀਬ੍ਰੇਟ ਕਰਦਾ ਵੀ ਅਸੀਂ ਜਿੱਤੇ ਆਂਗੇ, ਪਾਕਿਸਤਾਨ ਵੀ ਸੈਲੀਬ੍ਰੇਟ ਕਰਦਾ ਵੀ ਅਸੀਂ ਜਿੱਤੇ ਆਂਗੇ। ਤਾਂ ਇਸ ਤੋਂ ਬਾਅਦ, ਇਸ ਲੜਾਈ ਤੋਂ ਬਾਅਦ ਤਾਸ਼ਕੰਡ ਐਗਰੀਮੈਂਟ ਹੋਇਆ ਸੀ। ਤਾਸ਼ਕੰਡ ਰਾਜਧਾਨੀ ਹੈ ਉਜ਼ਬੇਕਿਸਤਾਨ ਦੀ। ਉੱਥੇ ਆਪਣੇ ਲਾਲਾ ਬਹਾਦਰ ਸ਼ਾਸਤਰੀ ਜੀ ਗਏ ਸੀਗੇ ਅਤੇ ਪਾਕਿਸਤਾਨ ਦੇ ਜਨਰਲ ਅਯੂਬ ਖਾਨ ਗਏ ਸੀਗੇ। ਉੱਥੇ ਜਨਵਰੀ ਦੇ ਵਿੱਚ 1966 ਦੇ ਵਿੱਚ ਸਮਝੌਤਾ ਹੋਇਆ ਸੀਗਾ ਅਤੇ ਉੱਥੇ ਹੀ ਸ਼ਾਸਤਰੀ ਜੀ ਦੀ ਮੌਤ ਹੋ ਗਈ ਸੀਗੀ। ਹਾਂਜੀ। ਇਨ 1971 ਇੰਡੀਆ ਫੌਟ ਫਾਰ ਦਾ ਬੰਗਲਾਦੇਸ਼ ਫਾਰ ਦਾ ਇੰਡੀਪੈਂਡੈਂਸ। ਤਾਂ 1971 ਦੇ ਵਿੱਚ ਆਪਣੀ ਪਾਕਿਸਤਾਨ ਦੇ ਨਾਲ ਕਾਫੀ ਵੱਡੀ ਲੜਾਈ ਸੀਗੀ ਇਹ। ਤਾਂ ਇਹਦੇ ਵਿੱਚ ਆਪਾਂ ਬੰਗਲਾਦੇਸ਼ ਨੂੰ ਲਿਬਰੇਟ ਕਰਵਾਤਾ ਸੀਗਾ। ਅਤੇ ਇਸ ਤੋਂ ਬਾਅਦ 1972 ਦੇ ਵਿੱਚ ਸ਼ਿਮਲਾ ਐਗਰੀਮੈਂਟ ਹੋਇਆ ਸੀਗਾ। ਤਾਂ ਉੱਧਰੋਂ ਜ਼ੁਲਫਿਕਾਰ ਅਲੀ ਭੁੱਟੋ ਅਤੇ ਇੱਧਰੋਂ ਇੰਦਰਾ ਗਾਂਧੀ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀ ਸ਼ਿਮਲਾ ਵਿਖੇ। ਇਹਦੀਆਂ ਦੋ ਗੱਲਾਂ ਬਹੁਤ ਮਹੱਤਵਪੂਰਨ ਨੇ ਵੀ ਸ਼ਿਮਲਾ ਐਗਰੀਮੈਂਟ ਦੀਆਂ। ਪਹਿਲੀ ਗੱਲ ਤਾਂ ਇਹ ਸੀਗੀ ਵੀ ਇਹਦੇ ਵਿੱਚ ਕਿਹਾ ਗਿਆ ਕਿ LOC ਨੂੰ ਮਾਨਤਾ ਦੇ ਦਿੱਤੀ ਕਿ ਹਾਂ ਇਹ ਪਾਕਿਸਤਾਨ ਅਤੇ ਇੰਡੀਆ ਦੇ ਵਿਚਕਾਰ ਬਾਰਡਰ ਹੋਊਗਾ ਕਸ਼ਮੀਰ ਦੇ ਵਿੱਚ। ਦੂਜਾ ਕਿ ਆਪਾਂ ਕਸ਼ਮੀਰ ਇਸ਼ੂ ਨੂੰ ਵਾਇਲੈਟਰਲੀ ਸੋਲਵ ਕਰਾਂਗੇ। ਇਹ ਦੋ ਲਾਈਨਾਂ ਇਹ 'ਚ ਬਹੁਤ ਮਹੱਤਵਪੂਰਨ ਨੇ, ਜਿਹੜਾ ਕਿ ਸ਼ਿਮਲਾ ਐਗਰੀਮੈਂਟ 'ਚ ਲਿਖੀਆਂ ਗਈਆਂ। ਅੱਗੇ ਵੀ ਇਨ 1999 ਕਾਰਗਿਲ ਵਾਰ, 1999 ਵਿੱਚ ਕਾਰਗਿਲ ਵਾਰ ਹੋ ਗਿਆ। ਕਾਰਗਿਲ ਵਾਰ ਦੇ ਵਿੱਚ ਆਪਾਂ ਇੰਡੀਅਨ ਆਰਮੀ ਨੇ ਓਪਰੇਸ਼ਨ ਵਿਜੈ ਅਤੇ ਇੰਡੀਅਨ ਏਅਰ ਫੋਰਸ ਨੇ ਓਪਰੇਸ਼ਨ ਸਫੇਦ ਸਾਗਰ ਲਾਂਚ ਕੀਤੇ ਸੀਗੇ। ਵੈਸੇ ਕਾਰਗਿਲ ਵਾਰ ਵੀ ਇੰਡੀਆ ਜਿੱਤਿਆ ਸੀਗਾ। ਹਾਂਜੀ। ਇਨ 1998 ਇੰਡੀਆ ਕੰਡਕਟ ਨਿਊਕਲੀਅਰ ਟੈਸਟ ਇਨ ਪੋਖਰਨ। ਇੰਡੀਆ ਨੇ 1998 ਦੇ ਵਿੱਚ 6 ਨਿਊਕਲੀਅਰ ਟੈਸਟ ਕੰਡਕਟ ਕੀਤੇ ਸੀਗੇ। ਇਹਨਾਂ ਟੈਸਟਾਂ ਤੋਂ ਬਾਅਦ ਇੰਡੀਆ 'ਤੇ ਇੰਟਰਨੈਸ਼ਨਲ ਪ੍ਰੈਸ਼ਰ ਵੀ ਆਇਆ ਸੀਗਾ। ਇੰਡੀਆ 'ਤੇ ਕੁਝ ਇਕਨੋਮਿਕ ਸੈਂਕਸ਼ਨ ਵੀ ਲੱਗ ਗਏ ਸੀਗੇ। ਅਤੇ ਇਸਦੇ ਕਰੀਬ ਹੀ 99 ਅਤੇ 1998 ਦੇ ਵਿੱਚ ਪਾਕਿਸਤਾਨ ਨੇ ਵੀ ਨਿਊਕਲੀਅਰ ਟੈਸਟ ਹੈ ਜਿਹੜੇ ਉਹ ਕੀਤੇ ਸੀਗੇ। ਉਹ ਚਗਾਈ ਹਿਲ ਬਲੋਚਿਸਤਾਨ ਦੇ ਵਿੱਚ ਕੀਤੇ ਸੀਗੇ ਪਾਕਿਸਤਾਨ ਨੇ। ਅੱਗੇ ਬੱਚਿਓ, ਇੰਡੀਆ ਐਂਡ ਪਾਕਿਸਤਾਨ ਗੌਰਮੈਂਟ ਮੇਕ ਬਲੇਮ ਔਨ ਈਚ ਅਦਰ। ਦ ਇੰਡੀਅਨ ਗੌਰਮੈਂਟ ਹੈਜ਼ ਬਲੇਮ ਦ ਪਾਕਿਸਤਾਨ ਗੌਰਮੈਂਟ ਫਾਰ ਯੂਜ਼ਿੰਗ ਅ ਸਟ੍ਰੈਟਜੀ ਆਫ ਵਾਇਲੈਂਸ ਬਾਈ ਹੈਲਪਿੰਗ ਦ ਕਸ਼ਮੀਰੀ ਮਿਲੀਟੈਂਟ ਵਿਦ ਆਰਮਸ ਟ੍ਰੇਨਿੰਗ, ਮਨੀ ਐਂਡ ਪ੍ਰੋਟੈਕਸ਼ਨ ਟੂ ਕੈਰੀ ਆਊਟ ਦ ਟੈਰਰਿਸਟ ਸਟ੍ਰਾਈਕ ਅਗੇਂਸਟ ਇੰਡੀਆ। ਦੇਖੋ, ਦੋਨੇ ਸਰਕਾਰਾਂ ਇੱਕ ਦੂਜੇ 'ਤੇ ਦੋਸ਼ ਲਾਉਂਦੀਆਂ ਰਹਿੰਦੀਆਂ ਨੇ। ਇੰਡੀਆ ਪਾਕਿਸਤਾਨ 'ਤੇ ਦੋਸ਼ ਲਾਉਂਦਾ ਰਹਿੰਦਾ ਕਿ ਉਹ ਕਸ਼ਮੀਰ ਦੇ ਵਿੱਚ ਮਿਲੀਟੈਂਸੀ ਫੈਲਾਉਂਦਾ ਗਾ, ਕਸ਼ਮੀਰ ਦੇ ਵਿੱਚ ਵਾਇਲੈਂਸ ਕ੍ਰੀਏਟ ਕਰਦੇ ਹੈਗੇ, ਕਸ਼ਮੀਰ ਦੇ ਵਿੱਚ ਮਿਲੀਟੈਂਟਸ ਨੂੰ ਟ੍ਰੇਨਿੰਗ ਦਿੰਦੇ ਨੇ, ਮਨੀ ਦਿੰਦੇ ਨੇ, ਆਰਮਸ ਮੁਹੱਈਆ ਕਰਾਉਂਦੇ ਨੇ ਕਿ ਇੰਡੀਆ ਦੇ ਵਿੱਚ ਕੀ ਹੈਗੀ, ਇਨਸਰਜੈਂਸੀ ਫੈਲ ਜੇ, ਇੰਡੀਆ ਇਨਸਟੇਬਲ ਹੋ ਜੇ। ਇਹ ਇੰਡੀਆ ਦੋਸ਼ ਲਾਉਂਦਾ ਗਾ ਪਾਕਿਸਤਾਨ 'ਤੇ। ਦੂਜੇ ਪਾਸੇ ਜਿਹੜਾ ਪਾਕਿਸਤਾਨ ਆ ਉਹ ਇੰਡੀਆ 'ਤੇ ਇਹ ਦੋਸ਼ ਲਾਉਂਦਾ ਗਾ ਕਿ ਜਿਹੜਾ ਇੰਡੀਆ ਹੈਗਾ ਉਹਨਾਂ ਦੇ ਸਿੰਧ ਪ੍ਰਾਂਤ ਦੇ ਵਿੱਚ ਅਤੇ ਬਲੋਚਿਸਤਾਨ ਪ੍ਰਾਂਤ ਦੇ ਵਿੱਚ ਜਿਹੜੀਆਂ ਸਕਸੈਸਲਿਸਟ ਮੂਵਮੈਂਟ ਹੈ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਇੰਡੀਆ, ਉਹਨਾਂ ਨੂੰ ਸਪੋਰਟ ਕਰਦਾ, ਫਾਈਨੈਂਸ਼ੀਅਲੀ ਸਪੋਰਟ ਕਰਦਾ। ਇਸ ਤਰ੍ਹਾਂ ਉਹ ਬਲੇਮ ਲਾਉਂਦੇ ਹੈਗੇ ਇੰਡੀਆ 'ਤੇ। ਤਾਂ ਇੱਕ ਦੂਜੇ 'ਤੇ ਬਲੇਮ ਲਾਉਂਦੇ ਹੈਗੇ। ਅੱਗੇ ਇਨ 1985 ਟੂ 1985 ਤੋਂ 1995 'ਚ ਪਾਕਿਸਤਾਨ ਹੈਡ ਏਡਡ ਦਾ ਪ੍ਰੋ ਖਾਲਿਸਤਾਨ ਮਿਲੀਟੈਂਟਸ ਵਿਦ ਆਰਮਸ ਐਂਡ ਐਮੂਨੀਸ਼ਨ। ਇੱਥੇ ਆ ਬੱਚਿਓ ਇਹ ਵਾਲਾ ਪੁਆਇੰਟ ਹੈਗਾ। ਇਹਦੇ 'ਚ ਇਹ ਬੋਲਿਆ ਗਿਆ ਕਿ 1985 ਤੋਂ 95 ਦੌਰਾਨ ਪੰਜਾਬ ਦੇ ਵਿੱਚ ਜਿਹੜੀ ਮਿਲੀਟੈਂਸੀ ਸੀ ਉਸ ਸਮੇਂ ਦੌਰਾਨ ਵੀ ਪਾਕਿਸਤਾਨ ਨੇ ਹਥਿਆਰਾਂ ਦੇ ਨਾਲ, ਗੋਲੀ ਸਿੱਕੇ ਦੇ ਨਾਲ, ਐਮੂਨੀਸ਼ਨ ਦੇ ਨਾਲ ਪੰਜਾਬ ਨੂੰ ਡਿਸਟਰਬ ਕੀਤਾ, ਪੰਜਾਬ ਦੇ ਵਿੱਚ ਇੰਸਟੈਬਿਲਿਟੀ ਫੈਲਾਈ, ਪੰਜਾਬ ਦੇ ਵਿੱਚ ਹਿੰਸਾ ਫੈਲਾਈ। ਇਹ ਵੀ ਇੰਡੀਆ ਦੋਸ਼ ਲਾਉਂਦਾ ਪਾਕਿਸਤਾਨ 'ਤੇ। ਅੱਗੇ ਵਧਦੇ ਹਾਂ ਬੱਚਿਓ, ਬਹੁਤ ਆਸਾਨ ਪੁਆਇੰਟ ਹੈ ਬੱਚਿਓ, ਬਹੁਤ ਹੀ ਆਸਾਨ ਹੈਗੇ। ਅੱਗੇ ਹੈ ਵੀ ਦ ਗੌਰਮੈਂਟ ਆਫ ਪਾਕਿਸਤਾਨ ਬਲੇਮ ਦ ਇੰਡੀਅਨ ਗੌਰਮੈਂਟ ਟੂ ਇਟਸ ਸਿਕਿਉਰਿਟੀ ਏਜੰਸੀ ਫਾਰ ਟਰਬਲ ਇਨ ਦ ਪ੍ਰੋਵਿੰਸ ਆਫ ਸਿੰਧ ਐਂਡ ਬਲੋਚਿਸਤਾਨ। ਮੈਂ ਪਹਿਲਾਂ ਹੀ ਦੱਸ ਚੁੱਕਿਆ ਇਹ ਕਿ ਪਾਕਿਸਤਾਨ ਦੀ ਆਰਮੀ, ਜਾਂ ਐਂ ਕਹਿ ਲਓ ਵੀ ਪਾਕਿਸਤਾਨ ਦੀ ਗੌਰਮੈਂਟ ਇੰਡੀਆ 'ਤੇ ਇਹ ਦੋਸ਼ ਲਾਉਂਦੀ ਹੈ ਕਿ ਉਹਨਾਂ ਦੇ ਬਲੋਚਿਸਤਾਨ, ਐਕਚੁਅਲੀ ਬੱਚਿਓ ਬਲੋਚਿਸਤਾਨ ਵੀ ਅਲੱਗ ਹੋਣ ਨੂੰ ਫਿਰਦਾ ਪਾਕਿਸਤਾਨ ਤੋਂ। ਬਲੋਚਿਸਤਾਨ ਦੀ ਜਿਹੜੀ ਸੈਪਰੇਟ ਕੁਝ ਔਰਗਨਾਈਜੇਸ਼ਨ ਨੇ ਉਹਨਾਂ ਨੂੰ ਇੰਡੀਆ ਸਪੋਰਟ ਕਰਦਾ ਗਾ, ਇਹ ਪਾਕਿਸਤਾਨ ਕਹਿੰਦਾ ਗਾ। ਸਿੰਧ ਦੇ ਵਿੱਚ ਵੀ ਕੁਝ ਸੈਪਰੇਟ ਮੂਵਮੈਂਟ ਚੱਲਦੀ ਹੋਊ ਤਾਂ ਉਹਨੂੰ ਇੰਡੀਆ ਸਪੋਰਟ ਕਰਦਾ ਗਾ। ਇਹ ਪਾਕਿਸਤਾਨ ਬਲੇਮ ਲਾਉਂਦਾ ਇੰਡੀਆ 'ਤੇ। ਹਾਂਜੀ। ਇਨ 1960 ਵਿਦ ਦ ਹੈਲਪ ਆਫ ਦ ਵਰਲਡ ਬੈਂਕ ਇੰਡੀਆ ਐਂਡ ਪਾਕਿਸਤਾਨ ਸਾਈਨ ਦਾ ਇੰਡਸ ਵਾਟਰ ਟਰੀਟੀ। ਇਹ ਬਹੁਤ ਇੰਪੋਰਟੈਂਟ ਹੈ ਬੱਚਿਓ, ਤੁਹਾਨੂੰ ਛੋਟਾ ਸਵਾਲ ਵੀ ਆ ਸਕਦਾ ਕਿ ਇੰਡਸ ਵਾਟਰ ਟਰੀਟੀ ਕਿਹਨਾਂ ਵਿਚਕਾਰ ਹੋਈ, ਇੰਡੀਆ ਪਾਕਿਸਤਾਨ ਵਿਚਕਾਰ ਹੋਈ, ਕਦੋਂ ਹੋਈ? 1960 'ਚ ਹੋਈ। ਕਿਹਨੇ ਕਰਵਾਈ? ਵਰਲਡ ਬੈਂਕ ਨੇ ਕਰਵਾਈ। ਇਹਦੇ ਵਿੱਚ ਦੇਖੋ 6 ਨਦੀਆਂ ਨੇ ਬੱਚਿਓ, ਜਿਵੇਂ ਕਿ ਸਤਲੁਜ ਹੈ, ਬਿਆਸ ਹੈ, ਰਾਵੀ ਹੈ। ਇਹਨਾਂ 3 ਨਦੀਆਂ ਨੂੰ ਈਸਟਰਨ ਰਿਵਰ ਬੋਲਦੇ ਆ। ਇਹਨਾਂ ਦਾ 80% ਵਾਟਰ ਆ ਜਿਹੜਾ ਇੰਡੀਆ ਯੂਜ਼ ਕਰੂਗਾ, 20% ਪਾਕਿਸਤਾਨ ਨੂੰ ਜਾਊਗਾ। ਉੱਪਰਲੀਆਂ ਜਿਹੜੀਆਂ ਜਿਵੇਂ ਚੇਨਾਬ ਹੈ, ਜੇਹਲਮ ਹੈ ਅਤੇ ਇੰਡਸ ਹੈ, ਇਹਨਾਂ ਦਾ 80% ਪਾਕਿਸਤਾਨ ਨੂੰ ਜਾਊਗਾ, 20% ਇੰਡੀਆ ਯੂਜ਼ ਕਰੂਗਾ। ਇਹਨਾਂ ਨੂੰ ਬੋਲਿਆ ਜਾਂਦਾ ਵੈਸਟਰਨ ਰਿਵਰ। ਤਾਂ ਇਹ ਹੈ ਇੰਡਸ ਵਾਟਰ ਟਰੀਟੀ। ਇਹ ਵੈਸੇ ਕਾਫੀ ਮੀਟਿੰਗਾਂ ਕਰਦੇ ਆ ਆਪਸ 'ਚ। ਤਾਂ ਇਹ ਇੰਡਸ ਵਾਟਰ ਟਰੀਟੀ ਕਿਹਨੇ ਕਰਵਾਈ ਸੀ? ਇਹ ਸਫਲ ਮੰਨੀ ਜਾਂਦੀ ਹੈ, ਇਹ ਕਰਵਾਈ ਸੀ ਵਰਲਡ ਬੈਂਕ ਨੇ। ਇਹ ਯਾਦ ਰੱਖਣਾ ਤੁਸੀਂ।
ਤਾਂ ਕੁਝ ਕੰਟਰੋਵਰਸੀਅਲ ਇਸ਼ੂ ਤਾਂ ਇਹੀ ਹੈ ਵੀ ਜਾਂ ਤਾਂ ਕਸ਼ਮੀਰ ਨੂੰ ਲੈ ਕੇ ਇਸ਼ੂ ਹੈ, ਰਨ ਆਫ ਕਸ਼ ਨੂੰ ਲੈ ਕੇ ਇਸ਼ੂ ਹੈ, ਜਿਹੜਾ ਸਰ ਕ੍ਰੀਕ ਨੂੰ ਆਪਾਂ ਬਾਰਡਰ ਮੰਨਦੇ ਹੈਗੇ, ਉਹ ਕਈ ਵਾਰੀ ਰਸਤਾ ਚੇਂਜ ਕਰ ਲੈਂਦੀ ਹੈ ਮੀਂਹਾਂ ਦੀ ਰੁੱਤ 'ਚ, ਉਦੋਂ ਕੰਟਰੋਵਰਸੀ ਖੜੀ ਹੋ ਜਾਂਦੀ ਹੈ। ਤਾਂ ਵਾਟਰ ਡਿਸਪਿਊਟ ਨੂੰ ਲੈ ਕੇ ਜਿਹੜੇ ਮਾੜੇ ਮੋਟੇ ਝਗੜੇ ਹੈਗੇ, ਆਹੀ ਕੁਝ ਆਪਣੀਆਂ ਕੰਟਰੋਵਰਸੀ ਨੇ ਪਾਕਿਸਤਾਨ ਦੇ ਨਾਲ। ਤਾਂ ਆਪਾਂ ਉਮੀਦ ਕਰਦੇ ਹਾਂ ਕਿ ਇੰਡੀਆ ਅਤੇ ਪਾਕਿਸਤਾਨ ਦੇ ਵਿਚਕਾਰ ਜਿਹੜੇ ਸੰਬੰਧ ਹੈਗੇ ਉਹ ਚੰਗੇ ਹੋਣ, ਟਰੇਡ ਹੋਵੇ ਉਹਨਾਂ ਦੇ ਨਾਲ, ਤਾਂ ਦੋਨਾਂ ਦੇਸ਼ਾਂ ਦਾ ਵਿਕਾਸ ਹੋਊਗਾ। ਹਾਂਜੀ, ਅੱਗੇ ਹੈ ਵੀ ਇੰਡੀਆ ਐਂਡ ਇਟਸ ਅਦਰ ਨੇਬਰਸ, ਇੰਡੀਆ ਅਤੇ ਹੋਰ ਗੁਆਂਢੀ, ਜਿਵੇਂ ਇੰਡੀਆ ਅਤੇ ਬੰਗਲਾਦੇਸ਼ ਵੀ, ਇੰਡੀਆ ਅਤੇ ਬੰਗਲਾਦੇਸ਼ ਨਾਲ ਕਿੱਥੇ ਕਿੱਥੇ ਆਪਣੇ ਡਿਫਰੈਂਸਿਸ ਨੇ, ਕਿੱਥੇ ਕਿੱਥੇ ਆਪਾਂ ਸਹਿਯੋਗ ਕਰਦੇ ਹਾਂ, ਕੋਪਰੇਸ਼ਨ ਨੇ ਉਹ ਕਰਦੇ ਹਾਂ। ਆਪਾਂ ਸ਼ੁਰੂ ਕਰਦੇ ਹਾਂ ਬੱਚਿਓ। ਹਾਂਜੀ, ਡਿਫਰੈਂਸਿਸ ਕਿੱਥੇ ਕਿੱਥੇ ਨੇ? ਡਿਫਰੈਂਸਿਸ ਓਵਰ ਦਾ ਸ਼ੇਅਰਿੰਗ ਆਫ ਦਾ ਗੰਗਾ ਐਂਡ ਬ੍ਰਹਮਪੁੱਤਰ ਰਿਵਰ ਵਾਟਰ। ਦੇਖੋ ਜਿਹੜੀ ਆਪਣੀ ਗੰਗਾ ਨਦੀ ਹੈ ਉਹ ਵੀ ਬੰਗਲਾਦੇਸ਼ ਜਾਂਦੀ ਹੈ, ਜਿਹੜੀ ਬ੍ਰਹਮਪੁੱਤਰ ਨਦੀ ਹੈ ਉਹ ਵੀ ਬੰਗਲਾਦੇਸ਼ ਜਾਂਦੀ ਹੈ। ਗੰਗਾ ਅਤੇ ਬ੍ਰਹਮਪੁੱਤਰ ਦੋਨੋਂ ਇਕੱਠੀਆਂ ਹੋਈਆਂ ਉਹਨਾਂ ਨੂੰ ਮੇਘਨਾ ਬੋਲ ਦਿੰਦੇ ਆ, ਅਤੇ ਉਹ ਸਭ ਤੋਂ ਵੱਡਾ ਡੈਲਟਾ ਬਣਾਉਂਦੀ ਹੈਗੀ ਬੇ ਆਫ ਬੰਗਾਲ ਦੇ ਵਿੱਚ। ਤਾਂ ਉਹਨਾਂ ਦੇ ਵਾਟਰ ਸ਼ੇਅਰਿੰਗ ਨੂੰ ਲੈ ਕੇ ਵੀ ਇੱਕ ਜਿਹੜਾ ਡਿਫਰੈਂਸਿਸ ਹੈ ਉਹ ਚੱਲਦਾ ਰਹਿੰਦਾ ਹੈ। ਬੰਗਲਾਦੇਸ਼ ਕਹਿੰਦਾ ਹੈਗਾ ਵੀ ਇੰਡੀਆ ਜ਼ਿਆਦਾ ਪਾਣੀ ਯੂਜ਼ ਕਰ ਜਾਂਦਾ ਹੈਗਾ, ਬ੍ਰਹਮਪੁੱਤਰ ਦਾ ਵੀ ਅਤੇ ਗੰਗਾ ਦਾ ਵੀ। ਵੈਸੇ ਗੰਗਾ ਦੇ ਪਾਣੀ ਵਾਟਰ ਸ਼ੇਅਰਿੰਗ ਨੂੰ ਲੈ ਕੇ ਇੱਕ ਟਰੀਟੀ ਵੀ ਹੋਈ ਸੀ ਇੰਡੀਆ ਅਤੇ ਬੰਗਲਾਦੇਸ਼, ਫਰੱਕਾ ਟਰੀਟੀ, ਸ਼ਾਇਦ 1975 ਦੇ ਵਿੱਚ ਹੋਈ ਸੀਗੀ ਉਹ, ਇਹ ਵੀ ਤੁਸੀਂ ਯਾਦ ਰੱਖਣੀ ਹੈ। ਇਲੀਗਲ ਇਮੀਗ੍ਰੇਸ਼ਨ ਟੂ ਇੰਡੀਆ, ਇੰਡੀਆ ਦੇ 'ਤੇ ਦੋਸ਼ ਲਾਉਂਦਾ ਕਿ ਬਹੁਤ ਸਾਰੇ ਇਲੀਗਲ ਇਮੀਗ੍ਰੇਸ਼ਨ ਹੈ ਜਿਹੜੇ, ਬਹੁਤ ਸਾਰੇ ਜਿਹੜੇ ਬੰਗਲਾਦੇਸ਼ੀ ਉਹ ਇੰਡੀਆ 'ਚ ਆ ਜਾਂਦੇ ਹੈਗੇ, ਇਲੀਗਲੀ ਆ ਜਾਂਦੇ ਹੈਗੇ, ਜਿਹਦੇ ਨਾਲ ਇੰਡੀਆ ਦੀ ਆਬਾਦੀ ਸੰਘਣੀ ਹੋ ਰਹੀ ਹੈਗੀ, ਇਹ ਇੰਡੀਆ ਉਹਦੇ ਦੋਸ਼ ਲਾਉਂਦਾ ਗਾ। ਰਿਫਿਊਜ਼ਲ ਟੂ ਅਲਾਓ ਇੰਡੀਅਨ ਟਰੂਪਸ ਟੂ ਮੂਵ ਥਰੂ ਇਟਸ ਟੈਰੀਟਰੀ, ਦੇਖੋ ਬੱਚਿਓ ਵਿਚਕਾਰ ਬੰਗਲਾਦੇਸ਼ ਆ ਜਾਂਦਾ, ਇੰਡੀਆ ਦੀਆਂ 7 ਸਟੇਟਾਂ ਜਿਹੜੀਆਂ ਉੱਧਰ ਰਹਿ ਜਾਂਦੀਆਂ ਨੇ ਨਾਰਥ ਈਸਟ ਦੇ ਵਿੱਚ, ਉਹਨਾਂ ਦੇ ਨਾਲ ਕਨੈਕਟੀਵਿਟੀ ਵਾਲਾ ਰਸਤਾ ਬਹੁਤ ਥੋੜ੍ਹਾ ਰਹਿ ਜਾਂਦਾ ਗਾ, ਜਿਹੜਾ ਕਿ ਉਹ ਸਿਲੀਗੁੜੀ ਕੋਰੀਡੋਰ ਹੈਗਾ, ਚਿਕਨ ਸਨੈਕ ਬੋਲ ਦਿੰਦੇ ਆ ਉਹਨੂੰ, ਜਿਹੜਾ ਵੈਸਟ ਬੰਗਾਲ ਅਤੇ ਆਪਣਾ ਵੈਸਟ ਬੰਗਾਲ ਅਤੇ ਬੰਗਲਾਦੇਸ਼ ਨੇਪਾਲ ਦੇ ਵਿਚਕਾਰ ਜੇ ਆ ਜਾਂਦਾ ਗਾ, ਉੱਥੇ ਬਹੁਤ ਥੋੜ੍ਹਾ ਖੇਤਰ ਰਹਿ ਜਾਂਦਾ ਗਾ, ਆਪਾਂ ਉਹਦੇ ਰਾਹੀਂ ਆਪਣੀ ਮੂਵਮੈਂਟ ਕਰਦੇ ਹੈਗੇ। ਬੰਗਲਾਦੇਸ਼ ਆਪਣੇ ਟਰੂਪਸ ਨੂੰ ਅਲਾਓ ਨਹੀਂ ਕਰਦਾ ਕਿ ਉਹ ਬੰਗਲਾਦੇਸ਼ ਦੀ ਲੰਘ ਸਕਣ, ਤਾਂ ਇੱਥੋਂ ਵੀ ਡਿਫਰੈਂਸਿਸ ਹੈਗੇ ਨੇ। ਨੋਟ ਐਕਸਪੋਰਟ ਨੈਚੁਰਲ ਗੈਸ ਟੂ ਇੰਡੀਆ, ਬੰਗਲਾਦੇਸ਼ ਕੋਲ ਕਾਫੀ ਨੈਚੁਰਲ ਗੈਸ ਹੈਗੀ ਆ, ਬਟ ਉਹ ਇੰਡੀਆ ਨੂੰ ਐਕਸਪੋਰਟ ਨਹੀਂ ਕਰਨਾ ਚਾਹੁੰਦਾ। ਹਾਂਜੀ, ਇਸ ਤੋਂ ਇਲਾਵਾ ਹੋਰ ਵੀ ਆਪਾਂ ਕਹਿ ਸਕਦੇ ਹਾਂ, ਜਿਵੇਂ ਜਦੋਂ ਬੰਗਲਾਦੇਸ਼ ਚਾਈਨਾ ਦੇ ਨਾਲ ਕੋਈ ਐਗਰੀਮੈਂਟ ਸਾਈਨ ਕਰ ਲੈਂਦਾ ਹੈ, ਕੋਈ ਇਨਫਰਾਸਟਰਕਚਰ ਦਾ ਐਗਰੀਮੈਂਟ, ਕੋਈ ਏਅਰ ਬੇਸ ਬਣਾਉਣ ਵਾਸਤੇ, ਮਿਲਟਰੀ ਬੇਸ ਬਣਾਉਣ ਵਾਸਤੇ, ਜਾਂ ਕੋਈ ਟ੍ਰੇਡ ਡੀਲ ਕਰਦਾ ਗਾ ਜਦੋਂ, ਜਾਂ ਕੋਈ ਆਰਮੀ ਨਾਲ ਰਿਲੇਟਡ ਕੋਈ ਓਪਰੇਸ਼ਨ ਕਰਦਾ ਹੈਗਾ, ਤਾਂ ਇੰਡੀਆ ਅਤੇ ਬੰਗਲਾਦੇਸ਼ ਦੇ ਜਿਹੜੇ ਰਿਲੇਸ਼ਨ ਆ ਉਹ ਖਰਾਬ ਹੋ ਜਾਂਦੇ ਹੈਗੇ। ਹਾਂਜੀ, ਅੱਗੇ ਬੱਚਿਓ ਕੋਆਪਰੇਸ਼ਨ ਕਿੱਥੇ ਕਿੱਥੇ ਕਰਦੇ ਹਾਂ ਆਪਾਂ? ਇਕਨੋਮਿਕ ਰਿਲੇਸ਼ਨ ਹੈਵ ਬੀਨ ਇੰਪਰੂਵਡ ਕੰਸੀਡਰੇਬਲੀ ਵਿਦਨ 10 ਈਅਰ, ਤਾਂ ਜਿਹੜੇ ਆਪਣੇ ਆਰਥਿਕ ਰਿਲੇਸ਼ਨ ਆ, ਟਰੇਡ ਬਹੁਤ ਹੋ ਰਿਹਾ ਗਾ ਬੰਗਲਾਦੇਸ਼ ਦੇ ਨਾਲ ਆਪਣਾ, ਤਾਂ ਇਹਦੇ ਨਾਲ ਆਪਣੇ ਜਿਹੜੇ ਪਿਛਲੇ 10 ਸਾਲਾਂ ਤੋਂ ਸੰਬੰਧ ਚੰਗੇ ਹੋ ਰਹੇ ਆ ਟਰੇਡ ਨੂੰ ਲੈ ਕੇ, ਇਕਨੋਮਿਕ ਰਿਲੇਸ਼ਨ ਬਹੁਤ ਵਧੀਆ ਚੱਲ ਰਹੇ ਹੈਗੇ ਬੰਗਲਾਦੇਸ਼ ਦੇ ਨਾਲ। ਇਸ ਤੋਂ ਇਲਾਵਾ ਬੰਗਲਾਦੇਸ਼ ਇਜ਼ ਦਾ ਪਾਰਟ ਆਫ ਦਾ ਇੰਡੀਆਜ਼ ਲੁੱਕ ਈਸਟ ਪੋਲਿਸੀ ਟੂ ਲਿੰਕ ਅਪ ਵਿਦ ਦਾ ਸਾਊਥ ਈਸਟ ਏਸ਼ੀਆ ਬਾਏ ਮਿਆਂਮਾਰ, ਜਿਹੜਾ ਇੰਡੀਆ ਦੀ ਇੱਕ ਪੋਲਿਸੀ ਸੀ ਲੁੱਕ ਈਸਟ ਪੋਲਿਸੀ, ਮੋਦੀ ਨੇ ਇਹਦਾ ਨਾਂ ਐਕਟ ਈਸਟ ਪੋਲਿਸੀ ਕਰ ਦਿੱਤਾ ਗਿਆ। ਲੁੱਕ ਈਸਟ ਪੋਲਿਸੀ ਦਾ ਹਿੱਸਾ ਬੰਗਲਾਦੇਸ਼ ਵੀ ਹੈਗਾ ਗਾ, ਅਤੇ ਆਪਾਂ ਇਹਨੂੰ ਲਿੰਕ ਅਪ ਕਰ ਰਹੇ ਹੈਗੇ ਸਾਊਥ ਈਸਟ ਏਸ਼ੀਆ ਦੇ ਨਾਲ ਬਾਏ ਮਿਆਂਮਾਰ, ਉਹਦਾ ਬੰਗਲਾਦੇਸ਼ ਵੀ ਪਾਰਟ ਹੈਗਾ। ਕੋਆਪਰੇਟਡ ਔਨ ਦਾ ਇਸ਼ੂਜ਼ ਆਫ ਦਾ ਡਿਜ਼ਾਸਟਰ ਮੈਨੇਜਮੈਂਟ ਐਂਡ ਇਨਵਾਇਰਮੈਂਟ, ਦੇਖੋ ਵੀ ਜਿਹੜਾ ਬੰਗਲਾਦੇਸ਼ ਫਲੱਡ ਪ੍ਰੋਨ ਏਰੀਆ ਹੈਗਾ, ਬੰਗਲਾਦੇਸ਼ ਬਹੁਤ ਸਾਰੀਆਂ ਨਦੀਆਂ ਚੱਲਦੀਆਂ ਨੇ, ਬੰਗਲਾਦੇਸ਼ ਵਿੱਚ ਬਹੁਤ ਜ਼ਿਆਦਾ ਮੀਂਹ ਪੈਂਦਾ ਗਾ, ਬੰਗਲਾਦੇਸ਼ ਦੇ ਵਿੱਚ ਹੜ੍ਹ ਬਹੁਤ ਜ਼ਿਆਦਾ ਆਉਂਦੇ ਨੇਗੇ, ਤਾਂ ਇੰਡੀਆ ਉਹਦੇ ਨਾਲ ਡਿਜ਼ਾਸਟਰ ਮੈਨੇਜਮੈਂਟ ਨੂੰ ਲੈ ਕੇ ਕੋਆਪਰੇਟ ਕਰਦਾ ਗਾ। ਕੋਆਪਰੇਸ਼ਨ ਔਨ ਦਾ ਆਈਡੈਂਟੀਫਾਈਂਗ ਦਾ ਕਾਮਨ ਥ੍ਰੈਟਸ ਐਂਡ ਬੀਂਗ ਮੋਰ ਸੈਂਸਿਟਿਵ ਟੂ ਈਚ ਅਦਰ ਨੀਡਸ, ਦੇਖੋ ਵੀ ਕੁਝ ਕਾਮਨ ਥ੍ਰੈਟ ਹੁੰਦੇ ਨੇ, ਦੇਖੋ ਹਰੇਕ ਨੂੰ ਸੁਨਾਮੀ ਦਾ ਸਾਹਮਣਾ ਕਰਨਾ ਪੈ ਸਕਦਾ, ਕਿਸੇ ਨੂੰ ਵੀ ਭੂਚਾਲ ਦਾ ਸਾਹਮਣਾ ਕਰਨਾ ਪੈ ਸਕਦਾ, ਨੈਚੁਰਲ ਕੈਲੇਮਿਟੀ ਦਾ ਸਾਹਮਣਾ ਕਰਨਾ ਪੈਂਦਾ, ਕਿਸੇ ਐਪੀਡੈਮਿਕ ਦਾ ਸਾਹਮਣਾ ਕਰਨਾ ਪੈ ਸਕਦਾ, ਅੱਤਵਾਦ ਦਾ ਸਾਹਮਣਾ ਕਰਨਾ ਪੈ ਸਕਦਾ, ਅਤੇ ਜਿਹੜੇ ਜਿਹੜੇ ਕਾਮਨ ਥ੍ਰੈਟ ਆ ਸਾਰੇ ਕੰਟਰੀਜ਼ ਲਈ, ਤਾਂ ਉਹਦੇ ਲਈ ਇੰਡੀਆ ਕੋਆਪਰੇਟ ਕਰਦਾ ਇਹਦੇ ਨਾਲ, ਜਿਹਨਾਂ ਦੀ ਸਭ ਨੂੰ ਲੋੜ ਹੈਗੀ, ਤਾਂ ਇੱਥੇ ਆਪਾਂ ਨੇ ਇਹਨਾਂ ਦੇ ਨਾਲ ਸਹਿਯੋਗ ਹੈਗਾ। ਹੁਣ ਅੱਗੇ ਵਧਦੇ ਹਾਂ ਬੇਟੇ, ਆਪਾਂ ਪੜ੍ਹਦੇ ਹਾਂ ਇੰਡੀਆ ਐਂਡ ਨੇਪਾਲ, ਇੰਡੀਆ ਅਤੇ ਨੇਪਾਲ ਦੇ ਕਿੱਥੇ ਕਿੱਥੇ ਕੁਝ ਡਿਫਰੈਂਸਿਸ ਨੇ, ਤਾਂ ਡਿਫਰੈਂਸਿਸ ਕਿੱਥੇ ਕਿੱਥੇ ਨੇਗੇ, ਜਿਵੇਂ ਕਿ ਇੰਡੀਅਨ ਗੌਰਮੈਂਟ ਐਕਸਪ੍ਰੈਸਡ ਡਿਸਪਲੈਜਰ ਐਟ ਦਾ ਵਾਰਮ ਰਿਲੇਸ਼ਨਸ਼ਿਪ ਬਿਟਵੀਨ ਨੇਪਾਲ ਐਂਡ ਚਾਈਨਾ, ਜਦੋਂ ਨੇਪਾਲ ਅਤੇ ਚਾਈਨਾ ਦੇ ਜਿਹੜੇ ਸੰਬੰਧ ਆ ਉਹ ਵਾਰਮ ਹੋ ਜਾਂਦੇ ਆ, ਚੰਗੇ ਬਣ ਜਾਂਦੇ ਆ, ਤਾਂ ਇੰਡੀਆ ਦੇ ਸੰਬੰਧ ਵਿਗੜ ਜਾਂਦੇ ਆ ਵੀ ਨੇਪਾਲ ਦੇ ਨਾਲ। ਦੂਜਾ, ਇੰਡੀਆ ਜਾਂ ਅਨਹੈਪੀ ਔਨ ਦਾ ਇਨਐਕਸ਼ਨ ਆਫ ਦਾ ਨੇਪਾਲ ਗੌਰਮੈਂਟ ਅਗੇਂਸਟ ਐਂਟੀ ਇੰਡੀਅਨ ਐਲੀਮੈਂਟ, ਕੁਝ ਐਂਟੀ ਇੰਡੀਅਨ ਐਲੀਮੈਂਟ ਉੱਥੇ ਪਣਪਦੇ ਨੇਗੇ, ਜਿਹੜੇ ਕਿ ਇੰਡੀਆ 'ਚ ਵਾਇਲੈਂਸ ਕ੍ਰੀਏਟ ਕਰ ਸਕਦੇ ਹੈਗੇ, ਜਦੋਂ ਨੇਪਾਲ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਂਦਾ ਤਾਂ ਇੰਡੀਆ ਉਹਦੇ ਨਾਲ ਅਨਹੈਪੀ ਹੋ ਜਾਂਦਾ ਗਾ, ਨਾਰਾਜ਼ ਹੋ ਜਾਂਦਾ ਗਾ। The Maoist movement in the Nepal is the security threat to India, giving rise to nationalist groups in the various states of India from Bihar and north to Andhra Pradesh in south.
ਕੁਝ ਨਕਸਲੀ ਮੂਵਮੈਂਟ ਹੈ ਜਿਹਨੂੰ ਮਾਓਵਾਦੀ ਹੈ ਜਿਹੜੇ ਉਹ ਹੁਲਾਰਾ ਦਿੰਦੇ ਆ ਵੀ ਇੰਡੀਆ ਦੇ ਵਿੱਚ। ਦੇਖੋ ਬੇਟਾ, ਇੱਕ ਨਾ ਪ੍ਰੈਜ਼ੀਡੈਂਟ ਸੀਗੇ ਮਾਓ ਜਦੋਂਗ ਪ੍ਰੈਜ਼ੀਡੈਂਟ ਸੀਗੇ ਚਾਈਨਾ ਦੇ। ਉਹ ਚਾਹੁੰਦੇ ਸੀਗੇ ਵੀ ਸਾਰੇ ਖੇਤਰਾਂ ਦਾ ਬਰਾਬਰ ਵਿਕਾਸ ਹੋਣਾ ਚਾਹੀਦਾ ਹੈ, ਭੂਮੀ ਦੀ ਬਰਾਬਰ ਵੰਡ ਹੋਣੀ ਚਾਹੀਦੀ ਹੈ, ਸਾਰੇ ਸੋਰਸ ਸਾਰਿਆਂ 'ਚ ਬਰਾਬਰ ਹੋਣੇ ਚਾਹੀਦੇ ਹੈ। ਜਦੋਂ ਕਈ ਖੇਤਰਾਂ ਦੀ ਜਿਹੜੀ ਡਿਵੈਲਪਮੈਂਟ ਆ ਉਹ ਪੂਰੀ ਤਰ੍ਹਾਂ ਨਹੀਂ ਹੋ ਪਾਉਂਦੀ ਤਾਂ ਉਹ ਆਪਣੇ ਆਪ ਨੂੰ ਸਮਾਜ ਨਾਲੋਂ ਘਟਿਆ ਹੋਇਆ ਮੰਨਦੇ ਹੈ। ਪੋਲੀਟੀਕਲੀ, ਇਕਨੋਮਿਕਲੀ ਕਿਸੇ ਦੇ ਖੇਤਰ ਦਾ ਵਿਕਾਸ ਘੱਟ ਹੁੰਦਾ ਹੈ ਤਾਂ ਉਹ ਸੈਪਰੇਟ ਕੰਟਰੀ ਬਣਾਉਣ ਲਈ ਜਾਂ ਆਪਣੀਆਂ ਗੱਲਾਂ ਨੂੰ ਮਨਾਉਣ ਲਈ ਹਥਿਆਰਬੰਦ ਵਿਦਰੋਹ ਕਰਦੇ ਆ ਤਾਂ ਉਸ ਨੂੰ ਨਕਸਲੀ ਮੂਵਮੈਂਟ ਕਹਿ ਦਿੰਦੇ ਹੈਗੇ। ਆਪਣੀ ਇੰਡੀਆ 'ਚ ਇਹ ਬੰਗਾਲ ਤੋਂ ਚੱਲੀ ਸੀ, ਉਹ ਨਕਸਲਵਾੜੀ ਪਿੰਡ ਤੋਂ ਚੱਲੀ, ਉਹਨੂੰ ਨਕਸਲੀ ਮੂਵਮੈਂਟ ਬੋਲ ਦਿੰਦੇ ਆ। ਜਿਹੜੇ ਮਾਓ ਦੇ ਸਿਧਾਂਤਾਂ ਨੂੰ ਨਾਲ ਲੈ ਕੇ ਆਪਦੇ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਮਾਓਵਾਦੀ ਬੋਲ ਦਿੰਦੇ ਹੈਗੇ। ਇਹ ਜਿਹੜੀ ਮੂਵਮੈਂਟ ਹੈਗੀ ਇਹ ਨੇਪਾਲ ਤੋਂ ਚੱਲੀ ਹੈ, ਤਾਂ ਨੇਪਾਲ ਤੋਂ ਇਹ ਇੰਡੀਆ ਦੇ ਬਿਹਾਰ ਤੋਂ ਲੈ ਕੇ ਆਂਧਰਾ ਪ੍ਰਦੇਸ਼ ਤੱਕ ਫੈਲੀ ਹੋਈ ਹੈਗੀ ਅਤੇ ਇੰਡੀਆ ਦੀ ਸਿਕਿਉਰਿਟੀ ਨੂੰ ਬਹੁਤ ਵੱਡਾ ਥ੍ਰੈਟ ਹੈ ਇਸ ਚੀਜ਼ ਤੋਂ। ਹਾਂਜੀ, ਫਿਰ ਆ ਗਿਆ ਨੇਪਾਲ ਥਿੰਕਸ ਦੈਟ ਦਾ ਇੰਡੀਅਨ ਗੌਰਮੈਂਟ ਇੰਟਰਫੇਅਰ ਇਨ ਦਾ ਰਿਵਰ ਵਾਟਰ ਐਂਡ ਹਾਈਡਰੋ ਇਲੈਕਟ੍ਰੀਸਿਟੀ। ਵੈਸੇ ਇੰਡੀਆ ਨੇ ਕਾਫੀ ਜਿਹੜੇ ਹਾਈਡਰੋ ਇਲੈਕਟ੍ਰੀਸਿਟੀ ਦੇ ਪਲਾਂਟ ਨੇਪਾਲ ਦੇ ਵਿੱਚ ਸਟੇਬਲਿਸ਼ ਕੀਤੇ ਹੈਗੇ, ਤਾਂ ਬਟ ਨੇਪਾਲ ਇਹ ਸੋਚਦਾ ਹੈਗਾ ਕਿ ਉਹ ਉਹਦੇ ਮਸਲਿਆਂ 'ਚ ਇੰਟਰਫੇਅਰ ਕਰ ਰਿਹਾ ਇੰਡੀਆ। ਤਾਂ ਇਹ ਵੀ ਇੱਕ ਡਿਫਰੈਂਸਿਸ ਹੈਗਾ ਇੰਡੀਆ ਅਤੇ ਨੇਪਾਲ ਦੇ ਵਿੱਚ। ਕੋਆਪਰੇਟ ਕਿੱਥੇ ਕਿੱਥੇ ਕਰਦੇ ਆ ਇਹ? ਕੋਆਪਰੇਟ ਕਰਦੇ ਆ ਇਹ ਬੱਚਿਓ, ਜਿਵੇਂ ਕਿ ਪਹਿਲਾ ਪੁਆਇੰਟ ਹੈਗਾ ਨੇਪਾਲ ਐਂਡ ਇੰਡੀਆ ਇੰਜੋਏ ਵੈਰੀ ਗੁੱਡ ਰਿਲੇਸ਼ਨ ਇਨ ਵਰਲਡ। ਵੈਸੇ ਤਾਂ ਬਹੁਤ ਚੰਗੇ ਰਿਲੇਸ਼ਨ ਹੈਗੇ ਨੇ ਇਹਨਾਂ ਦੇ। ਇਹ ਟਰੀਟੀ ਬਿਟਵੀਨ ਇੰਡੀਆ ਐਂਡ ਨੇਪਾਲ ਟੂ ਟਰੈਵਲ ਇਨ ਦਾ ਅਦਰ ਕੰਟਰੀ ਵਿਦਆਊਟ ਵੀਜ਼ਾ ਐਂਡ ਪਾਸਪੋਰਟ। ਨੇਪਾਲ ਦੇ ਨਾਲ ਜਿਹੜਾ ਆਪਣਾ ਬਾਰਡਰ ਆ ਓਪਨ ਹੈਗਾ, ਆਪਾਂ ਨੂੰ ਕਿਸੇ ਵੀ ਵੀਜ਼ੇ ਦੀ ਲੋੜ ਨਹੀਂ। ਜੇ ਤੁਸੀਂ ਨੇਪਾਲ ਜਾਣਾ ਚਾਹੁੰਦੇ ਹੋ, ਭਾਰਤ ਦਾ ਨਾਗਰਿਕ ਕੋਈ ਵੀ ਨੇਪਾਲ ਜਾਣਾ ਚਾਹੁੰਦਾ ਹੈਗਾ, ਘੁੰਮਣ ਲਈ ਜਾਣਾ ਚਾਹੁੰਦਾ ਹੈ, ਵਪਾਰ ਕਰਨ ਲਈ ਜਾਣਾ ਚਾਹੁੰਦਾ ਹੈ, ਵੈਸੇ ਜਾਣਾ ਚਾਹੁੰਦਾ ਹੈ, ਤਾਂ ਉਹ ਬਿਨਾਂ ਵੀਜ਼ੇ ਤੋਂ ਜਾ ਸਕਦਾ, ਬਿਨਾਂ ਪਾਸਪੋਰਟ ਤੋਂ ਜਾ ਸਕਦਾ। ਟ੍ਰੇਡ, ਸਾਇੰਟੀਫਿਕ ਕੋਆਪਰੇਸ਼ਨ, ਕਾਮਨ ਨੈਚੁਰਲ ਰਿਸੋਰਸਿਸ, ਇਲੈਕਟ੍ਰੀਸਿਟੀ ਜਨਰੇਸ਼ਨ ਐਂਡ ਇੰਟਰਲੋਕਿੰਗ ਵਾਟਰ ਮੈਨੇਜਮੈਂਟ ਡਿਡ ਐਗਰੀ ਟੂ ਦਾ ਟੂ ਕੰਟਰੀ ਟੂਗੈਦਰ। ਵੈਸੇ ਹੋਰ ਵੀ ਕਈ ਚੀਜ਼ਾਂ 'ਚ ਇੰਡੀਆ ਅਤੇ ਨੇਪਾਲ ਕੋਆਪਰੇਟ ਕਰਦੇ ਆ ਵੀ, ਜਿਵੇਂ ਟ੍ਰੇਡ ਨੂੰ ਲੈ ਕੇ, ਸਾਇੰਟੀਫਿਕ ਕੋਆਪਰੇਸ਼ਨ ਨੂੰ ਲੈ ਕੇ, ਕਾਮਨ ਨੈਚੁਰਲ ਰਿਸੋਰਸਿਸ ਨੂੰ ਲੈ ਕੇ, ਇਲੈਕਟ੍ਰੀਸਿਟੀ ਜਨਰੇਸ਼ਨ ਨੂੰ ਲੈ ਕੇ, ਇਹਨਾਂ ਸਾਰੇ ਵਾਟਰ ਮੈਨੇਜਮੈਂਟ ਨੂੰ ਲੈ ਕੇ ਇੰਡੀਆ ਅਤੇ ਨੇਪਾਲ ਬਹੁਤ ਚੰਗੀ ਤਰ੍ਹਾਂ ਕੋਆਪਰੇਟ ਕਰਦੇ ਆ ਇੱਕ ਦੂਜੇ ਨਾਲ। ਤਾਂ ਇੱਥੇ ਹੋ ਗਈ ਕੋਆਪਰੇਸ਼ਨ। ਵੈਸੇ ਬੱਚੇ ਇੱਕ ਨਾ ਪਿੱਛੇ ਜੇ ਥੋੜ੍ਹਾ ਜਿਹਾ ਡਿਫਰੈਂਸਿਸ ਖੜ੍ਹੇ ਹੋਏ ਸੀਗੇ ਇੰਡੀਆ ਅਤੇ ਨੇਪਾਲ ਦੇ ਵਿੱਚ, ਜਦੋਂ ਇੱਕ ਜਗ੍ਹਾ ਕਾਲਾ ਪਾਣੀ, ਇੱਕ ਜਗ੍ਹਾ ਲਿੰਫਿਆਤੋਰਾ, ਲਿੰਫਿਆਤੋਰਾ, ਇੱਕ ਜਗ੍ਹਾ ਹੋਰ ਸੀਗੀ, ਉਹਨਾਂ ਨੂੰ ਨੇਪਾਲ ਨੇ ਦੱਸਿਆ ਸੀ ਇਹ ਮੇਰੇ ਹੈ, ਜਦ ਕਿ ਉਹ ਇੰਡੀਆ ਦੇ ਵਿੱਚ ਨੇ ਅੱਜ ਕੱਲ੍ਹ। ਉੱਥੇ ਥੋੜ੍ਹੇ ਡਿਫਰੈਂਸਿਸ ਵਧੇ ਸੀਗੇ ਇੰਡੀਆ ਅਤੇ ਨੇਪਾਲ ਦੇ। ਉਹ ਪੁਆਇੰਟ ਵੀ ਤੁਸੀਂ 'ਚ ਐਡ ਕਰ ਸਕਦੇ ਹੋ। 2020 19 20 ਦਾ ਪੁਆਇੰਟ ਆ ਉਹ, ਨਿਊਜ਼ ਦੇ ਵਿੱਚ ਸੀਗਾ ਇਹ, ਇਹਨੂੰ ਤੁਸੀਂ ਐਡ ਕਰ ਸਕਦੇ ਹੋ ਵਿੱਚ। ਹਾਂਜੀ, ਹੁਣ ਕਰਦੇ ਹਾਂ ਆਪਾਂ ਇੰਡੀਆ ਅਤੇ ਭੂਟਾਨ ਬਾਰੇ। ਵੈਸੇ ਇੰਡੀਆ ਅਤੇ ਭੂਟਾਨ ਦੇ ਰਿਲੇਸ਼ਨ ਬਹੁਤ ਚੰਗੇ ਨੇ ਵੀ, ਇਹਨਾਂ ਦਾ ਆਪਣਾ ਕੋਈ ਡਿਫਰੈਂਸਿਸ ਨਹੀਂ ਹੈਗਾ। ਇੰਡੀਆ ਐਂਡ ਭੂਟਾਨ ਡਜ਼ ਨਾਟ ਹੈਵ ਐਨੀ ਮੇਜਰ ਕਨਫਲਿਕਟ। ਇੰਡੀਆ ਅਤੇ ਭੂਟਾਨ ਦਾ ਕੋਈ ਵੀ ਮੇਜਰ ਕਨਫਲਿਕਟ ਨਹੀਂ ਹੈਗਾ। ਦ ਐਫਰਟਸ ਮੇਡ ਬਾਏ ਦਾ ਭੂਟਾਨੀਜ਼ ਮੋਨਾਰਕ ਟੂ ਵੀਡ ਆਊਟ ਗਰੀਲਾਜ਼ ਐਂਡ ਮਿਲੀਟੈਂਟ ਫਰੋਮ ਦਾ ਨੌਰਥ ਈਸਟਰਨ ਇੰਡੀਆ। ਭੂਟਾਨ ਦਾ ਜਿਹੜਾ ਰਾਜਾ ਹੈਗਾ ਉਹਨੇ ਕਾਫੀ ਐਫਰਟ ਕੀਤੇ ਨੇਗੇ ਤਾਂ ਕਿ ਜਿਹੜੇ ਗੁਰੀਲਾਜ਼ ਜਾਂ ਮਿਲੀਟੈਂਟ ਨੇ ਨੌਰਥ ਈਸਟ ਇੰਡੀਆ ਦੇ ਵਿੱਚ, ਉਹਨਾਂ ਨੂੰ ਵੀਡ ਆਊਟ ਕੀਤਾ ਜਾ ਸਕੇ, ਉਹਨਾਂ ਨੂੰ ਖਤਮ ਕੀਤਾ ਜਾ ਸਕੇ। ਇੰਡੀਆ ਇਜ਼ ਇਨਵੋਲਵਡ ਇਨ ਬਿਗ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਇਨ ਭੂਟਾਨ। ਭੂਟਾਨ ਦੇ ਵਿੱਚ ਕਾਫੀ ਨਦੀਆਂ ਆਉਂਦੀਆਂ ਨੇ, ਭੂਟਾਨ ਦੇ ਵਿੱਚ ਕਾਫੀ ਪੋਟੈਂਸ਼ੀਅਲ ਹੈਗਾ ਕਿ ਉੱਥੇ ਹਾਈਡਰੋ ਇਲੈਕਟ੍ਰੀਸਿਟੀ ਪ੍ਰੋਡਿਊਸ ਕੀਤੀ ਜਾ ਸਕੇ। ਤਾਂ ਇੰਡੀਆ ਨੇ ਕਾਫੀ ਪਲਾਂਟ ਸੈਟਅਪ ਵੀ ਕੀਤੇ ਹੈਗੇ ਭੂਟਾਨ ਦੇ ਵਿੱਚ, ਜਿਵੇਂ ਕਲੌਂਗਚੂ ਹੈਗਾ, ਹੋਰ ਵੀ ਕਈ ਹੈਗੇ ਨੇਗੇ। ਭੂਟਾਨ ਦੇ ਵਿੱਚ ਕਾਫੀ ਹਾਈਡਰੋ ਇਲੈਕਟ੍ਰਿਕ ਪਲਾਂਟ ਭਾਰਤ ਨੇ ਸੈਟਅਪ ਕੀਤੇ ਹੈਗੇ, ਇੰਡੀਆ ਨੇ ਸੈਟਅਪ ਕੀਤੇ ਅਤੇ ਉਹ 'ਚ ਪੂਰਾ ਕੋਆਪਰੇਟ ਕਰਦਾ ਹੈਗਾ ਭੂਟਾਨ। ਹਾਂਜੀ, ਅੱਗੇ ਵੀ ਇੰਡੀਆ ਐਂਡ ਮਾਲਦੀਵ। ਇੰਡੀਆ ਅਤੇ ਮਾਲਦੀਵ ਦੇ ਕਿੱਦਾਂ ਦੇ ਸੰਬੰਧ ਹੈ? ਇਹਨਾਂ ਦੇ ਸੰਬੰਧ ਵੀ ਠੀਕ ਨੇਗੇ। ਇੰਡੀਆ ਇਜ਼ ਟਾਈਜ਼ ਵਿਦ ਦਾ ਮਾਲਦੀਵ ਰਿਮੇਨ ਵਾਰਮ ਐਂਡ ਕੋਰਡੀਅਲ। ਤਾਂ ਇੰਡੀਆ ਅਤੇ ਇੰਡੀਆ ਅਤੇ ਮਾਲਦੀਵ ਦੇ ਰਿਲੇਸ਼ਨ ਵੀ ਕਾਫੀ ਵਾਰਮ ਨੇ, ਚੰਗੇ ਨੇ। ਇਨ ਨਵੰਬਰ 1988 ਵੈਨ ਸਮ ਤਾਮਿਲ ਮਰਸੀਨਰੀਜ਼ ਫਰੋਮ ਸ੍ਰੀਲੰਕਾ ਅਟੈਕਡ ਦਾ ਮਾਲਦੀਵ। ਨਵੰਬਰ 1988 ਦੇ ਵਿੱਚ ਕੁਝ ਤਾਮਿਲ ਮਰਸੀਨਰੀ ਨੇ ਅਟੈਕ ਕੀਤਾ ਸੀ ਮਾਲਦੀਵ 'ਤੇ, ਤਾਂ ਉਸ ਅਟੈਕ ਨੂੰ ਫੇਲ ਕੀਤਾ ਸੀ ਭਾਰਤ ਦੀ ਸਰਕਾਰ ਨੇ, ਇੰਡੀਅਨ ਏਅਰ ਫੋਰਸ ਨੇ। ਦਾ ਇੰਡੀਅਨ ਏਅਰ ਐਂਡ ਨੇਵੀ ਰਿਐਕਟਡ ਕੁਇਕਲੀ। ਜਦੋਂ 1988 ਦੇ ਵਿੱਚ ਤਾਮਿਲ ਮਰਸਨਰੀਜ਼ ਨੇ ਮਾਲਦੀਵ ਨੂੰ ਅਟੈਕ ਕੀਤਾ ਤਾਂ ਇੰਡੀਅਨ ਏਅਰ ਫੋਰਸ ਅਤੇ ਨੇਵੀ ਨੇ ਰਿਐਕਟ ਕੀਤਾ ਕੁਇਕਲੀ ਟੂ ਮਾਲਦੀਵ ਰਿਕੁਐਸਟ ਟੂ ਹੈਲਪ ਸਟੋਪ ਦਾ ਇਨਵੇਜਨ। ਅਤੇ ਜਿਹੜਾ ਮਾਲਦੀਵ 'ਤੇ ਇਨਵੇਜ਼ਨ ਕਰਨਾ ਚਾਹੁੰਦੇ ਸੀ, ਉਹ ਹਮਲਾ ਕਰਨਾ ਚਾਹੁੰਦੇ ਸੀ, ਉਹਨੂੰ ਫੇਲ ਕਰਤਾ ਇੰਡੀਅਨ ਏਅਰ ਫੋਰਸ ਅਤੇ ਇੰਡੀਅਨ ਨੇਵੀ ਨੇ। ਹਾਂਜੀ, ਇੰਡੀਆ ਹੈਜ਼ ਆਲਸੋ ਕੰਟਰੀਬਿਊਟ ਟੂ ਵਾਰਡ ਦਾ ਆਈਲੈਂਡ ਇਕਨੋਮਿਕ ਡਿਵੈਲਪਮੈਂਟ, ਟੂਰਿਜ਼ਮ ਐਂਡ ਫਿਸ਼ਰੀਜ਼। ਅਤੇ ਇੰਡੀਆ ਬਹੁਤ ਜ਼ਿਆਦਾ ਕੰਟਰੀਬਿਊਟ ਕਰਦਾ ਹੈ
ਇੰਡੀਆ ਬਹੁਤ ਜ਼ਿਆਦਾ ਸਹਿਯੋਗ ਵੀ ਕਰਦਾ ਹੈ ਉਹਦੀ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ, ਟੂਰਿਜ਼ਮ ਦੇ ਵਿੱਚ, ਫਿਸ਼ਰੀ ਦੇ ਵਿੱਚ, ਇਹਦੇ ਵੀ ਕਾਫੀ ਸਹਿਯੋਗ ਹੈ ਇੱਕ ਦੂਜੇ ਦੇਸ਼ ਨੂੰ। ਤਾਂ ਇਹਦਾ ਮਤਲਬ ਮਾਲਦੀਵ ਦੇ ਨਾਲ ਆਪਣੇ ਰਿਲੇਸ਼ਨ ਬਹੁਤ ਚੰਗੇ ਨੇਗੇ। ਹਾਂਜੀ, ਲਾਸਟ ਆ ਗਿਆ ਬੱਚਿਓ ਪੀਸ ਐਂਡ ਕੋਆਪਰੇਸ਼ਨ। ਪੀਸ ਐਂਡ ਕੋਆਪਰੇਸ਼ਨ, ਸ਼ਾਂਤੀ ਅਤੇ ਸਹਿਯੋਗ ਆਪਾਂ ਕਿੱਥੇ ਕਿੱਥੇ ਕਰ ਸਕਦੇ ਹੈਗੇ, ਕਿਉਂਕਿ ਸਾਊਥ ਈਸਟ ਏਸ਼ੀਆ ਜਿਹੜਾ ਇੱਕ ਬਹੁਤ ਵੱਡਾ ਖੇਤਰ ਹੈਗਾ। ਸਾਊਥ ਈਸਟ ਏਸ਼ੀਆ ਦੇ ਵਿੱਚ ਜਿਹੜੀ ਆਬਾਦੀ ਬਹੁਤ ਜ਼ਿਆਦਾ ਹੈਗੀ, ਬਹੁਤ ਜ਼ਿਆਦਾ ਸਮੱਸਿਆਵਾਂ ਨੇ, ਬਾਉਂਡਰੀ ਡਿਸਪਿਊਟ ਕਾਫੀ ਨੇਗੇ। ਇਹ ਦੇਸ਼ ਇਹ ਸੋਚਦੇ ਹੈਗੇ ਕਿ ਇੰਡੀਆ ਸਾਨੂੰ ਡੋਮੀਨੇਟ ਕਰਦਾ ਹੈਗਾ, ਇੰਡੀਆ ਸਾਡੇ ਇੰਟਰਸਟ ਨੂੰ ਜਿਹੜਾ ਉਹ ਖਤਰਾ ਹੈਗਾ, ਥਰੈਟ ਹੈਗਾ, ਸਿਕਿਉਰਿਟੀ ਨੂੰ ਥਰੈਟ ਹੈਗਾ, ਇਹ ਸੋਚਦੇ ਹੈਗੇ, ਜਦ ਕਿ ਇਹਨਾਂ 'ਚ ਕੋਆਪਰੇਸ਼ਨ ਚਾਹੀਦੀ ਹੈਗੀ। ਤਾਂ ਦੇਖਦੇ ਹਾਂ ਆਪਾਂ ਇਹਦੇ 'ਚ ਸਾਊਥ ਏਸ਼ੀਅਨ ਐਸੋਸੀਏਸ਼ਨ, ਪਹਿਲਾਂ ਸਾਰਕ ਦੀ ਤੁਹਾਨੂੰ ਫੁੱਲ ਫਾਰਮ ਆ ਸਕਦੀ ਹੈ ਵਿੱਚ, ਇੱਕ ਨਾ ਸਾਰਕ ਐਸੋਸੀਏਸ਼ਨ ਹੈਗੀ ਜਿਹੜੀ ਸਾਊਥ ਈਸਟ ਏਸ਼ੀਆ ਦੇ ਦੇਸ਼ਾਂ ਨੇ ਬਣਾਈ ਹੈਗੀ। ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ, ਸਾਰਕ ਦੀ ਫੁੱਲ ਫਾਰਮ ਕੀ ਹੈ? ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਇਜ਼ ਏ ਰੀਜਨਲ ਇਨੀਸ਼ੀਏਟਿਵ ਅਮੰਗ ਸਾਊਥ ਏਸ਼ੀਆ ਸਟੇਟਸ ਟੂ ਇਨਵੋਲਵ ਕੋਆਪਰੇਸ਼ਨ ਸਿੰਸ 1985। ਤਾਂ 1985 ਦੇ ਵਿੱਚ ਇਹ ਆਰਗੇਨਾਈਜੇਸ਼ਨ ਬਣਾਈ ਸੀ। ਇਹਦਾ ਹੈੱਡਕੁਆਟਰ ਜਿਹੜਾ ਕਾਠਮਾਂਡੂ ਦੇ ਵਿੱਚ ਹੈ। ਇਹਦੇ 'ਚ 8 ਦੇਸ਼ ਮੈਂਬਰ ਨੇ, ਅਫਗਾਨਿਸਤਾਨ ਵੀ ਇਹਦਾ ਮੈਂਬਰ ਹੈਗਾ। ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਇੰਡੀਆ, ਸ਼੍ਰੀਲੰਕਾ ਅਤੇ ਮਾਲਦੀਵ, ਜਿਹਦਾ ਹੈੱਡਕੁਆਟਰ ਕਾਠਮਾਂਡੂ ਦੇ ਵਿੱਚ ਹੈ। 1985 'ਚ ਇਹ ਬਣਿਆ ਸੀ ਢਾਕਾ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ। ਇਟ ਕੰਸਿਸਟ ਆਫ 7 ਮੈਂਬਰ ਟੂ ਇਨਕਰੇਜ ਦਾ ਨੈਚੁਰਲ ਹਾਰਮੋਨੀ, ਮਿਊਚੁਅਲ ਹਾਰਮੋਨੀ ਐਂਡ ਅੰਡਰਸਟੈਂਡਿੰਗ। ਇਹ 'ਚ ਹੁਣ ਤਾਂ ਵੈਸੇ 8 ਮੈਂਬਰ ਹੈ ਵੀ 7 ਨਹੀਂ ਹੈਗੇ, 8 ਮੈਂਬਰ ਹੈ। ਇਹ ਇਨਕਰੇਜ ਕਰਦੇ ਆ ਵੀ ਮਿਊਚੁਅਲ ਹਾਰਮੋਨੀ ਨੂੰ ਅਤੇ ਅੰਡਰਸਟੈਂਡਿੰਗ ਨੂੰ, ਵੀ ਇੱਕ ਦੂਜੇ ਦੀ ਦੇਸ਼ਾਂ ਦੀ ਸਮਝ ਵੀ ਵਧਾਈਏ ਅਤੇ ਆਪਾਂ ਆਪਸੀ ਸਦਭਾਵਨਾ ਵਧਾਈਏ। ਸਾਰਕ ਹੈਜ ਇਨੀਸ਼ੀਏਟਡ ਸਾਫਟਾ ਸਾਊਥ ਏਸ਼ੀਅਨ ਫਰੀ ਟ੍ਰੇਡ ਐਗਰੀਮੈਂਟ ਟੂ ਫਰੀ ਟ੍ਰੇਡ ਜ਼ੋਨ ਫਾਰ ਹੋਲ ਸਾਊਥ ਏਸ਼ੀਆ ਫਾਰ ਕਲੈਕਟਿਵ ਇਕਨੋਮਿਕ ਸਿਕਿਉਰਿਟੀ। ਤਾਂ ਸਾਰਕ ਨੇ ਇੱਕ ਪਹਿਲ ਕੀਤੀ ਸੀ ਕਿ ਸਾਫਟਾ ਨੂੰ ਸਾਈਨ ਕੀਤਾ ਜਾਵੇ। ਸਾਫਟਾ ਇੱਕ ਫਰੀ ਟ੍ਰੇਡ ਐਗਰੀਮੈਂਟ ਹੈਗਾ, ਸਾਊਥ ਏਸ਼ੀਅਨ ਫਰੀ ਟ੍ਰੇਡ ਐਗਰੀਮੈਂਟ ਟੂ ਫਰੀ ਟ੍ਰੇਡ ਜ਼ੋਨ ਫਾਰ ਦਾ, ਵੀ ਸਾਰੇ ਸਾਊਥ ਏਸ਼ੀਆ ਲਈ ਇੱਕ ਫਰੀ ਟ੍ਰੇਡ ਜ਼ੋਨ ਹੋਣਾ ਚਾਹੀਦਾ ਹੈਗਾ ਅਤੇ ਕਲੈਕਟਿਵ ਇਕਨੋਮਿਕ ਸਿਕਿਉਰਿਟੀ ਬਣ ਜੂਗੀ ਇਹਦੇ ਨਾਲ। ਬਟ ਇਹ ਹੋ ਨਹੀਂ ਸਕਿਆ, ਵੀ ਸਾਰੇ ਦੇਸ਼ ਇਹਨੂੰ ਸਾਈਨ ਨਹੀਂ ਕਰ ਸਕੇ। ਅੱਗੇ ਵੱਧਦੇ ਹਾਂ। ਸਾਰਕ ਹੈਜ ਪ੍ਰੋਜੈਕਟਡ ਐਨ ਇਕਨੋਮਿਕ ਡਿਵੈਲਪਮੈਂਟ ਆਫ ਇਟਸ ਮੈਂਬਰ ਸਟੇਟਸ ਟੂ ਰਿਡਿਊਸ ਦੇਅਰ ਡਿਪੈਂਡੈਂਸੀਜ਼। ਸਾਰਕ ਨੇ ਇਹ ਪ੍ਰੋਜੈਕਟ ਕੀਤਾ ਸੀ ਕਿ ਇਹਨਾਂ ਦੀ ਸਾਰੇ ਦੇਸ਼ਾਂ ਦੀ ਇਕਨੋਮਿਕ ਡਿਵੈਲਪਮੈਂਟ ਹੋਊਗੀ ਇਹਦੇ ਨਾਲ, ਅਤੇ ਜਿਹੜੇ ਮੈਂਬਰ ਸਟੇਟ ਹੈਗੇ ਉਹਨਾਂ ਦੇ ਵਿੱਚ ਜਿਹੜੀ ਇੱਕ ਦੂਜੇ ਦੀ ਨਿਰਭਰਤਾ ਹੋਊਗੀ ਉਹ ਘਟੂਗੀ। ਸੀਨੋ ਇੰਡੀਅਨ ਰਿਲੇਸ਼ਨ ਹੈਵ ਇੰਪਰੂਵਡ ਸਿਗਨੀਫਿਕੈਂਟਲੀ ਇਨ ਦਾ ਲਾਸਟ 10 ਈਅਰ। ਇੰਡੀਆ ਦੇ ਜਿਹੜੇ ਚਾਈਨਾ ਦੇ ਰਿਲੇਸ਼ਨ ਹੈ ਉਹ ਵੀ ਪਿਛਲੇ 10 ਸਾਲਾਂ ਤੋਂ ਕਾਫੀ ਚੰਗੇ ਬਣ ਗਏ ਨੇ। ਹਾਂਜੀ, ਵੈਸੇ ਜੇ ਆਪਾਂ ਨਾ ਇਹਨਾਂ ਦੀ ਗੱਲ ਕਰੀਏ ਸਾਫਟਾ ਦੀ, ਤਾਂ ਸਾਫਟਾ ਇੰਡੀਆ ਸਾਰਿਆਂ ਨਾਲ ਤਾਂ ਸਾਈਨ ਨਹੀਂ ਕਰ ਸਕਿਆ, ਬਟ ਇੰਡੀਆ ਨੇ 2004 ਦੇ ਵਿੱਚ ਸ਼੍ਰੀਲੰਕਾ ਦੇ ਨਾਲ ਅਤੇ ਮਾਲਦੀਵ ਦੇ ਨਾਲ ਜਿਹੜਾ ਫਰੀ ਟ੍ਰੇਡ ਐਗਰੀਮੈਂਟ ਸਾਈਨ ਕਰ ਲਿਆ ਸੀਗਾ। ਅਤੇ ਸ਼੍ਰੀਲੰਕਾ ਨਾਲ ਸ਼ਾਇਦ ਪਤਾ ਨਹੀਂ ਭੂਟਾਨ ਦੇ ਨਾਲ, ਇੱਥੇ ਮੈਨੂੰ ਥੋੜ੍ਹਾ ਜਿਹਾ ਡਾਊਟ ਆ ਬੱਚਿਓ। ਸ਼੍ਰੀਲੰਕਾ ਨਾਲ ਜ਼ਰੂਰ ਕੀਤਾ ਹੋਇਆ ਹੈਗਾ, ਇੱਕ ਮਾਲਦੀਵ ਨਾਲ ਕੀਤਾ ਕਿ ਭੂਟਾਨ ਨਾਲ ਕੀਤਾ, ਇੱਥੇ ਮੈਨੂੰ ਥੋੜ੍ਹਾ ਡਾਊਟ ਹੈਗਾ, ਇਹ ਤੁਸੀਂ ਦੇਖ ਲਿਓ। ਹਾਂਜੀ, ਹੁਣ ਲਿਮੀਟੇਸ਼ਨ, ਵੈਸੇ ਨਾ ਸਾਰਕ ਨੂੰ ਫੇਲ ਮੰਨਿਆ ਜਾਂਦਾ, ਵੀ ਸਾਰਕ ਨੂੰ ਫੇਲ ਇਸ ਕਰਕੇ ਮੰਨਿਆ ਜਾਂਦਾ ਕਿਉਂਕਿ ਇਸ ਦੇ ਵਿੱਚ 2 ਕੰਟਰੀਜ਼ ਇੰਡੀਆ ਅਤੇ ਪਾਕਿਸਤਾਨ ਮੇਨ ਨੇ, ਏਰੀਏ 'ਚ ਵੀ ਜ਼ਿਆਦਾ ਨੇ, ਪੋਪੂਲੇਸ਼ਨ ਵੀ ਜ਼ਿਆਦਾ ਹੈ, ਦੋਨੇ ਨਿਊਕਲੀਅਰ ਕੈਪੇਬਲ ਨੇ। ਇਸ ਕਰਕੇ ਸਾਊਥ ਏਸ਼ੀਆ ਨੂੰ ਇਹ ਦੋਨੇ ਡੋਮੀਨੇਟ ਵੀ ਕਰਦੇ ਹੈ, ਅਤੇ ਦੋਨਾਂ ਦਾ ਝਗੜਾ ਪਿਆ ਰਹਿੰਦਾ ਹੈਗਾ, ਦੋਨਾਂ ਦੇ ਸਾਰਿਆਂ ਨਾਲੋਂ ਵੱਧ ਵਿਵਾਦ ਹੈਗੇ ਆਪਸ 'ਚ। ਇਸ ਕਰਕੇ ਦੋਨਾਂ ਦੀ ਲੜਾਈ ਹੋਈ ਜਾਂਦੀ ਹੈ। ਜਿਹੜੀ ਵੀ ਕੋਈ ਇਹਨਾਂ ਦੀ ਮੀਟਿੰਗ ਹੁੰਦੀ ਹੈ ਸਾਰਕ ਦੀ, ਉਹਦੇ ਵਿੱਚ ਇੰਡੀਆ ਅਤੇ ਪਾਕਿਸਤਾਨ ਦੇ ਕਨਫਲਿਕਟ ਹੀ ਚੱਲਦੇ ਰਹਿੰਦੇ ਆ, ਜਿਹਦੇ ਕਰਕੇ ਸਾਰਕ ਦੇ ਵਿੱਚ ਕੋਈ ਵਧੀਆ ਆਊਟਪੁੱਟ ਨਿਕਲ ਕੇ ਨਹੀਂ ਆਉਂਦੀ। ਇਸ ਕਰਕੇ ਸਾਰਕ ਨੂੰ ਫੇਲ ਹੀ ਮੰਨਿਆ ਜਾਂਦਾ। ਚਲੋ ਅੱਗੇ ਵਧਦੇ ਹਾਂ ਬੱਚਿਓ। ਵੈਸੇ 2016 ਤੋਂ ਬਾਅਦ ਇਹਦੀ ਕੋਈ ਬੈਠਕ ਵੀ ਨਹੀਂ ਹੋਈ ਹੈਗੀ ਸਾਰਕ ਦੀ, ਕਿਉਂਕਿ ਸਾਰਕ ਨੂੰ ਹੋਣਾ ਚਾਹੀਦਾ ਅੱਗੇ, ਸਾਰਕ ਨੂੰ ਕੋਈ ਵਧੀਆ ਫੈਸਲੇ ਲੈਣੇ ਚਾਹੀਦੇ ਹੈਗੇ। ਇਹ 'ਚ ਕੁਝ ਕਮੀਆਂ ਨੇ ਵੀ, ਪੀਸ ਅਤੇ ਕੋਆਪਰੇਸ਼ਨ ਦੇ ਵਿੱਚ ਕੀ ਕਮੀਆਂ ਨੇ? ਓਨਲੀ ਦਾ ਕਨਫਲਿਕਟ ਲੈਡ ਟੂ ਬਾਇਲੈਟਰਲ ਇਸ਼ੂ ਐਜ਼ ਕਸ਼ਮੀਰ ਪ੍ਰੋਬਲਮ ਬਿਟਵੀਨ ਇੰਡੀਆ ਪਾਕਿਸਤਾਨ, ਪਹਿਲਾਂ ਹੀ ਦੱਸ ਚੁੱਕਿਆ ਗਾ। ਪਹਿਲਾਂ ਤਾਂ ਇਹੀ ਹੈ ਵੀ ਇਹਦੇ ਵਿੱਚ ਕਸ਼ਮੀਰ ਪ੍ਰੋਬਲਮ ਜਾਂ ਜਿਹੜੇ ਬਾਇਲੈਟਰਲ ਇਸ਼ੂ ਇੰਡੀਆ ਅਤੇ ਪਾਕਿਸਤਾਨ ਦੇ, ਉਹੀ ਇਹਦੇ ਵਿੱਚ ਚੱਲਦੇ ਰਹਿੰਦੇ ਹੈਗੇ, ਇਹ ਬਹੁਤ ਵੱਡੀ ਕਮੀ ਹੈਗੀ। ਦੂਜਾ, ਸਮ ਆਫ ਦਾ ਇੰਡੀਆ ਨੇਬਰਜ਼ ਫੀਅਰ ਦੈਟ ਇੰਡੀਆ ਇੰਟੈਂਡ ਟੂ ਡੋਮੀਨੇਟ ਦੈਮ ਬਾਈ ਇਨਫਲੂਐਂਸਿੰਗ ਦੇਅਰ ਸੋਸਾਇਟੀ ਐਂਡ ਪੋਲੀਟਿਕਸ। ਦੂਜੇ ਜਿਹੜੇ ਗੁਆਂਢੀ ਦੇਸ਼ ਹੈ ਇੰਡੀਆ ਦੇ, ਉਹ ਇੰਡੀਆ ਤੋਂ ਡਰਦੇ ਨੇ ਕਿ ਇੰਡੀਆ ਉਹਨਾਂ ਨੂੰ ਦੱਬ ਲੂਗਾ ਸੋਸਾਇਟੀ ਪੱਖੋਂ ਅਤੇ ਰਾਜਨੀਤੀ ਦੇ ਪ੍ਰਭਾਵ ਪੱਖੋਂ, ਉਹਨਾਂ ਨੂੰ ਡੋਮੀਨੇਟ ਕਰ ਲੂਗਾ। ਇਹ ਉਹਨਾਂ ਨੂੰ ਫੀਅਰ ਹੈਗਾ। ਜਿਵੇਂ ਭੂਟਾਨ ਹੋ ਗਿਆ, ਨੇਪਾਲ ਹੋ ਗਿਆ, ਬੰਗਲਾਦੇਸ਼ ਹੋ ਗਿਆ, ਸ਼੍ਰੀਲੰਕਾ ਹੋ ਗਿਆ, ਇਹ ਦੇਸ਼ ਇੰਡੀਆ ਦੇ ਡੋਮੀਨੇਸ਼ਨ ਨੂੰ ਅਸੈਪਟ ਕਰ ਰਹੇ ਨੇ, ਜਾਂ ਇਹ ਕਹਿ ਲਓ ਵੀ ਉਹਨਾਂ ਤੋਂ ਫੀਅਰ ਹੋ ਰਹੇ ਨੇ। ਸਾਰਕ ਮੈਂਬਰਜ਼ ਆਰ ਫਰੋਮ ਅਮੰਗ ਦਾ ਡਿਵੈਲਪਿੰਗ ਔਰ ਲੀਸਟ ਡਿਵੈਲਪਿੰਗ ਕੰਟਰੀ ਵਿਚ ਕ੍ਰੀਏਟਸ ਇਨਸਫੀਸ਼ੀਐਂਸੀ ਆਫ ਫੰਡਸ। ਜਿਹੜੇ ਸਾਰਕ ਮੈਂਬਰ ਨੇ, ਸਾਰਕ ਮੈਂਬਰ ਕੁਝ ਆਪਦੇ ਫੈਸਲੇ ਨਹੀਂ ਲੈ ਸਕਦੇ ਕਿਉਂਕਿ ਉਹਨਾਂ ਕੋਲ ਪੈਸਿਆਂ ਦੀ ਕਮੀ ਹੈਗੀ।
ਕਿਉਂਕਿ ਸਾਰਕ ਦੇ ਵਿੱਚ ਜਿੰਨੇ ਵੀ ਮੈਂਬਰ ਆ ਉਹ ਸਾਰੇ ਜਾਂ ਤਾਂ ਡਿਵੈਲਪਿੰਗ ਕੰਟਰੀ ਜਾਂ ਲੀਸਟ ਡਿਵੈਲਪਿੰਗ ਕੰਟਰੀ ਹੈ। ਉਹਨਾਂ ਕੋਲ ਫੰਡਸ ਦੀ ਕਮੀ ਹੈ ਅਤੇ ਇਸ ਕਰਕੇ ਸਾਰਕ ਪਿੱਛੇ ਰਹਿ ਗਿਆ। ਤਾਂ ਇਹ 'ਚ ਕੁਝ ਕਮੀਆਂ ਨੇ, ਇਹਨਾਂ ਦੀਆਂ ਕਮੀਆਂ ਨੂੰ ਦੂਰ ਕਰਕੇ ਸਾਰਕ ਨੂੰ ਇੱਕ ਵਧੀਆ ਔਰਗਨ ਬਣਾਇਆ ਜਾਣਾ ਚਾਹੀਦਾ ਹੈਗਾ ਅਤੇ ਸਾਊਥ ਏਸ਼ੀਆ ਦਾ ਵੀ ਵਿਕਾਸ ਹੋਣਾ ਚਾਹੀਦਾ ਹੈਗਾ। ਹਾਂਜੀ, ਅਤੇ ਇਹਦੇ ਨਾਲ ਹੀ ਬੱਚਿਓ ਇਹ ਆਪਣਾ ਜਿਹੜਾ ਚੈਪਟਰ ਹੈ ਇਹ ਕੰਪਲੀਟ ਹੁੰਦਾ ਅਤੇ ਆਪਣਾ ਦੂਜਾ ਪਾਰਟ ਵੀ ਕੰਪਲੀਟ ਹੁੰਦਾ ਹੈ। ਅੱਗੇ ਆਪਾਂ ਲੈ ਕੇ ਆਵਾਂਗੇ ਅਗਲਾ ਚੈਪਟਰ ਅਤੇ ਇਹਦੇ ਨਾਲ ਹੀ ਆਪਣੀ ਵੀਡੀਓ ਸਮਾਪਤ ਹੁੰਦੀ ਹੈ। ਅਤੇ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਗਾ, ਜਿੰਨੇ ਵੀ 12ਵੀਂ ਕਲਾਸ ਦੇ ਬੱਚੇ ਆ CBSE ਵਾਲੇ, ਉਹ ਆਪਣੀ ਸਾਰੀ ਵੀਡੀਓ ਨੂੰ ਪੂਰੀ ਚੰਗੀ ਤਰ੍ਹਾਂ ਦੇਖਿਆ ਕਰਨ। ਇਹਨਾਂ ਨੋਟਸਾਂ ਦੇ ਤੁਸੀਂ, ਕਿਉਂਕਿ ਮੈਂ ਬਹੁਤ ਸਿੰਪਲ ਲੈਂਗੁਏਜ ਲਿਖਦਾ ਗਾ, ਤੁਸੀਂ ਇਹਨਾਂ ਦਾ ਸਕਰੀਨਸ਼ੋਟ ਵੀ ਲੈ ਸਕਦੇ ਹੋਗੇ ਜਾਂ ਇਹਨੂੰ ਪੌਜ਼ ਕਰਕੇ ਲਿਖ ਵੀ ਸਕਦੇ ਹੋਗੇ। ਜੇ ਤੁਹਾਨੂੰ ਕੋਈ ਦਿਖਣ ਦੇ ਵਿੱਚ ਜਾਂ ਕੋਈ ਪੜ੍ਹਨ ਦੇ ਵਿੱਚ, ਕੋਈ ਸਮਝਣ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਅਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰੋ ਅਤੇ ਸ਼ੇਅਰ ਵੀ ਕਰੋ। ਠੀਕ ਹੈ ਜੀ, ਓਕੇ, ਥੈਂਕ ਯੂ ਵੈਰੀ ਮੱਚ।